प्यारे विद्यार्थियों, ਅੱਜ ਅਸੀਂ 9ਵੀਂ ਜਮਾਤ ਦਾ ਇਤਿਹਾਸ ਦਾ ਪਾਠ ਨੰਬਰ 5 ਫਰਾਂਸ ਦੀ ਕ੍ਰਾਂਤੀ ਇਸ ਦਾ ਪਹਿਲਾ ਭਾਗ ਸ਼ੁਰੂ ਕਰਾਂਗੇ। ਇਹ ਲੈਸਨ ਸਾਡੇ ਲਈ ਜ਼ਿਲ੍ਹਾ ਸੰਗਰੂਰ ਤੋਂ ਸ਼੍ਰੀ ਪ੍ਰਭਜੋਤ ਸਿੰਘ BM ਮਾਲੇਰਕੋਟਲਾ 2 ਉਹਨਾਂ ਨੇ ਤਿਆਰ ਕਰਕੇ ਭੇਜਿਆ। ਅਸੀਂ ਸ਼੍ਰੀ ਪ੍ਰਭਜੋਤ ਸਿੰਘ BM ਮਾਲੇਰਕੋਟਲਾ 2 ਔਰ ਜ਼ਿਲ੍ਹਾ ਸੰਗਰੂਰ ਦੀ ਜਿਹੜੀ ਟੀਮ ਹੈ ਉਹਨਾਂ ਦੇ ਧੰਨਵਾਦੀ ਹਾਂ। ਤਾਂ ਪਿਆਰੇ ਬੱਚਿਓ, ਅਸੀਂ ਸ਼ੁਰੂ ਕਰਦੇ ਹਾਂ ਇਹ ਸਾਡਾ ਪਾਠ ਫਰਾਂਸ ਦੀ ਕ੍ਰਾਂਤੀ। ਅੱਜ ਅਸੀਂ ਲੋਕਤੰਤਰੀ ਸਰਕਾਰ ਦੀ ਧਾਰਨਾ ਨੂੰ ਭਲੀ ਭਾਂਤੀ ਜਾਣਦੇ ਹਾਂ। ਇਸ ਅਧੀਨ ਸਮੇਂ ਸਮੇਂ 'ਤੇ ਚੋਣਾਂ ਹੁੰਦੀਆਂ ਹਨ ਅਤੇ ਚੁਣੇ ਹੋਏ ਪ੍ਰਤੀਨਿਧੀ ਕਾਨੂੰਨ ਬਣਾਉਂਦੇ ਨੇ ਅਤੇ ਸਰਕਾਰ ਚਲਾਉਂਦੇ ਨੇ। ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਹਨ ਅਤੇ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹਨ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਅਜਿਹਾ ਲੋਕਤੰਤਰ ਮੌਜੂਦ ਨਹੀਂ ਸੀ। ਦੇਸ਼ਾਂ ਦਾ ਸ਼ਾਸਨ ਰਾਜਿਆਂ ਜਾਂ ਬਾਦਸ਼ਾਹਾਂ ਵੱਲੋਂ ਚਲਾਇਆ ਜਾਂਦਾ ਸੀ, ਜੋ ਆਪਣੀ ਇੱਛਾ ਅਨੁਸਾਰ ਕਾਨੂੰਨ ਬਣਾਉਂਦੇ ਸਨ। ਸਮਾਜ ਉੱਚ ਅਤੇ ਨਿਮਨ ਦੋ ਵਰਗਾਂ ਵਿੱਚ ਵੰਡਿਆ ਹੋਇਆ ਸੀ। ਹਰੇਕ ਦੇ ਆਪਣੇ ਵਿਸ਼ੇਸ਼ ਅਧਿਕਾਰ ਅਤੇ ਕਰਤੱਵ ਸਨ। ਇਸ ਅਧਿਆਇ ਦੇ ਵਿੱਚ ਅਸੀਂ ਸੰਖੇਪ ਵਿੱਚ ਪੜ੍ਹਾਂਗੇ ਕਿ ਕਿਵੇਂ ਲੋਕਾਂ ਨੇ ਲੋਕਤੰਤਰੀ ਰਾਜਨੀਤਿਕ ਵਿਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਕੇ ਸਮਾਨਤਾ ਜਿਹੜੀ ਹੈਗੀ ਉਹ ਪ੍ਰਾਪਤ ਕੀਤੀ। ਤਾਂ ਅੱਜ ਦਾ ਯੁੱਗ ਲੋਕਤੰਤਰਤਾ ਦਾ ਯੁੱਗ ਹੈ, ਜਿਸ ਦੇ ਵਿੱਚ ਲੋਕ ਸਰਕਾਰ ਜਿਹੜੀ ਹੈਗੀ ਆ ਬਣਾਉਂਦੇ ਨੇ, ਚੋਣਾਂ ਹੁੰਦੀਆਂ ਨੇ ਸਮੇਂ ਸਮੇਂ 'ਤੇ ਕਾਨੂੰਨ ਬਣਾਉਂਦੇ ਨੇ ਅਤੇ ਸਰਕਾਰ ਚਲਾਉਂਦੇ ਨੇ। ਤਾਂ ਪੁਰਾਣੇ ਸਮੇਂ ਦੇ ਵਿੱਚ ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਅਜਿਹਾ ਲੋਕਤੰਤਰ ਮੌਜੂਦ ਨਹੀਂ ਸੀ। ਦੇਸ਼ਾਂ ਦਾ ਜਿਹੜਾ ਸ਼ਾਸਨ ਸੀ ਉਹ ਰਾਜਿਆਂ ਜਾਂ ਬਾਦਸ਼ਾਹਾਂ ਵੱਲੋਂ ਚਲਾਇਆ ਜਾਂਦਾ ਸੀ ਅਤੇ ਜਿਹੜਾ ਉਦੋਂ ਦਾ ਸਮਾਜ ਸੀਗਾ ਉਹ ਦੋ ਵਰਗਾਂ ਦੇ ਵਿੱਚ, ਨਿਮਨ ਵਰਗ ਅਤੇ ਉੱਚ ਵਰਗ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਹਰੇਕ ਦੇ ਆਪਣੇ ਵਿਸ਼ੇਸ਼ ਅਧਿਕਾਰ ਅਤੇ ਕਰਤੱਵ ਹੁੰਦੇ ਸੀ। ਤਾਂ ਅਸੀਂ ਇਹਦੇ ਬਾਰੇ ਅੱਜ ਅਸੀਂ ਫਰਾਂਸ ਦੀ ਕ੍ਰਾਂਤੀ ਬਾਰੇ ਇੱਥੇ ਪੜ੍ਹਾਂਗੇ। ਤਾਂ ਪਿਆਰੇ ਬੱਚਿਓ, ਕ੍ਰਾਂਤੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਕ੍ਰਾਂਤੀ ਜਿਹੜੀ ਹੈਗੀ ਹੈ ਸਮਾਜ ਵਿੱਚ ਅਚਨਚੇਤ ਅਤੇ ਜਦੋਂ ਉਗਰ ਪਰਿਵਰਤਨ ਆਉਂਦਾ ਹੈ, ਅਚਨਚੇਤ ਅਤੇ ਉਗਰ ਪਰਿਵਰਤਨ ਜਿਹੜਾ ਹੈਗਾ ਇਸ ਨੂੰ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ ਹੈ। ਰੈਵੋਲੂਸ਼ਨ ਆਉਂਦਾ ਹੈ, ਵੱਡੇ ਪੱਧਰ ਦੇ ਉੱਪਰ ਚੇਂਜਿਸ ਆਉਂਦੀਆਂ, ਤਬਦੀਲੀਆਂ ਆਉਂਦੀਆਂ, ਤਾਂ ਇਸ ਨੂੰ ਕ੍ਰਾਂਤੀ ਦਾ ਨਾਮ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ। ਤਾਂ ਫਰਾਂਸ ਦੀ ਕ੍ਰਾਂਤੀ ਦੇ ਸੰਬੰਧ ਦੇ ਵਿੱਚ ਜਿਹੜੀ ਇਤਿਹਾਸਕ ਪਿੱਠ ਭੂਮੀ ਹੈ ਇਹਦੇ 'ਤੇ ਅਸੀਂ ਜੇ ਝਾਤ ਮਾਰੀਏ ਤਾਂ ਫਰਾਂਸੀਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ। ਇਸ ਕ੍ਰਾਂਤੀ ਨੇ ਇਤਿਹਾਸ ਦੇ ਬਹੁਤ ਡੂੰਘਾ ਪ੍ਰਭਾਵ ਪਾਇਆ। ਇਸ ਨੇ ਮਨੁੱਖਤਾ ਨੂੰ ਜਿਹੜਾ ਸੀਗਾ 3 ਨਵੇਂ ਵਿਚਾਰ ਦਿੱਤੇ: ਸੁਤੰਤਰਤਾ ਦਾ, ਸਮਾਨਤਾ ਦਾ ਅਤੇ ਭਰਾਤਰੀ ਭਾਵ ਦਾ ਵਿਚਾਰ। ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦਾ ਵਿਚਾਰ। ਅਤੇ ਅਸੀਂ ਪ੍ਰਸ਼ਨ ਪੁੱਛੀਏ ਪਿਆਰੇ ਬੱਚਿਓ, ਤਾਂ ਫਰਾਂਸ ਦੀ ਕ੍ਰਾਂਤੀ ਨੇ ਮਨੁੱਖਤਾ ਨੂੰ ਜਿਹੜੇ 3 ਨਵੇਂ ਵਿਚਾਰ ਦਿੱਤੇ ਉਹ ਕੀ ਸੀ? ਤਾਂ ਇਸ ਦਾ ਉੱਤਰ ਬਣੇਗਾ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦਾ ਵਿਚਾਰ। ਇਹ ਕ੍ਰਾਂਤੀ 1799 ਈਸਵੀ ਤੋਂ ਲੈ ਕੇ 1799 ਈਸਵੀ ਤੱਕ 10 ਸਾਲ ਤੱਕ ਜਿਹੜੀ ਹੀ ਚੱਲਦੀ ਰਹੀ। ਫਰਾਂਸੀਸੀ ਸਰਕਾਰ ਨੂੰ ਜਿਹੜੀ ਸੀ ਟੈਕਸ ਕੱਟ ਕਰਨ ਦੀ ਜਿਹੜੀ ਚੁਣੌਤੀ ਸੀ, ਉਹਨਾਂ ਨੇ ਟੈਕਸ ਵਧਾ ਦਿੱਤਾ ਅਤੇ ਲੋਕਾਂ ਨੇ ਟੈਕਸ ਘੱਟ ਕਰਨ ਵਾਸਤੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇਸ ਨੇ ਲੋਕਾਂ ਵਿੱਚ ਰੋਸ ਦੀ ਭਾਵਨਾ ਪੈਦਾ ਕੀਤੀ, ਜਿਸ ਨੇ ਫਰਾਂਸੀਸੀ ਕ੍ਰਾਂਤੀ ਲਈ ਜਿਹੜਾ ਸੀ ਰਾਹ ਪੱਧਰਾ ਕੀਤਾ। ਫਰਾਂਸੀਸੀ ਕ੍ਰਾਂਤੀ ਦੇ ਵਰਣਨ ਤੋਂ ਪਹਿਲਾਂ ਯੂਰਪ ਦੀ ਜੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਥਿਤੀ ਦਾ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੋਊਗਾ। ਤਾਂ ਜਦੋਂ ਫਰਾਂਸ ਦੀ ਸਰਕਾਰ ਨੇ ਟੈਕਸ ਵਧਾਇਆ ਤਾਂ ਲੋਕਾਂ ਨੇ ਵਿਦਰੋਹ ਸ਼ੁਰੂ ਕਰ ਦਿੱਤਾ। ਤਾਂ ਇੱਥੇ ਯੂਰਪ ਜਿਹੜਾ ਹੈਗਾ ਉਸ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਥਿਤੀ ਜਿਹੜੀ ਹੈਗੀ ਉਹ ਅਸੀਂ ਉਹਦੇ ਬਾਰੇ ਵੀ ਜਾਣਾਂਗੇ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਤਿਹਾਸ ਜਿਹੜਾ ਹੈਗਾ ਇਹਦੇ 'ਤੇ ਫਰਾਂਸ ਦੀ ਕ੍ਰਾਂਤੀ ਨੇ ਵਿਸ਼ਵ ਇਤਿਹਾਸ ਦੇ ਉੱਪਰ ਵੀ ਬਹੁਤ ਡੂੰਘੇ ਪ੍ਰਭਾਵ ਪਾਏ। ਤਾਂ ਫਰਾਂਸ ਦੀ ਕ੍ਰਾਂਤੀ ਦੀ ਜਿਹੜੀ ਇਤਿਹਾਸਕ ਪਿੱਠ ਭੂਮੀ ਹੈ, ਇਸ ਦੇ ਵਿੱਚ ਪ੍ਰਾਚੀਨ ਰਾਜ ਪ੍ਰਬੰਧ ਸੀਗਾ। ਜਿਹੜਾ ਪਹਿਲਾਂ ਬੋਬਰੋ ਵੰਸ਼ ਦਾ ਰਾਜ ਜਿਹੜਾ ਸੀ ਉਹ ਤੰਤਰੀ ਸ਼ਾਸਨ ਚੱਲਦਾ ਸੀ। ਬੋਬਰੋ ਵੰਸ਼ ਦਾ ਰਾਜਤੰਤਰੀ ਸ਼ਾਸਨ ਅਤੇ 3 ਐਸਟੇਟ ਵਰਗ ਦੇ ਵਿੱਚ ਵੰਡਿਆ ਹੋਇਆ ਸੀ। ਇਹ ਪਹਿਲੇ ਵਰਗ ਦੇ ਵਿੱਚ ਪਾਦਰੀ ਆਉਂਦੇ ਸੀ, ਦੂਜੇ ਵਰਗ ਦੇ ਵਿੱਚ ਕੁਲੀਨ ਆਉਂਦੇ ਸੀ ਅਤੇ ਤੀਜੇ ਦੇ ਵਿੱਚ ਆਮ ਜਨਤਾ ਆਉਂਦੀ ਸੀ। ਅਤੇ ਇਸੇ ਤਰ੍ਹਾਂ ਰਾਜਤੰਤਰ ਜਿਹੜੀ ਮੋਨਾਰਕੀ ਸੀਗੀ ਉਹ ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ ਚੱਲਦਾ ਸੀਗਾ। ਪੀੜ੍ਹੀ ਦਰ ਪੀੜ੍ਹੀ ਜਿਹੜਾ ਸੀ ਇਹ ਚੱਲਦਾ ਰਹਿੰਦਾ ਸੀ। ਤਾਂ ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ ਜਿਹੜਾ ਹੈਗਾ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਸੀ। ਤਾਂ ਪ੍ਰਾਚੀਨ ਰਾਜ ਪ੍ਰਬੰਧ ਦੇ ਵਿੱਚ ਪਹਿਲਾਂ ਬੋਬਰ ਵੰਸ਼ ਦਾ ਰਾਜਤੰਤਰੀ ਸ਼ਾਸਨ ਸੀ। ਇਹਦੇ 'ਚ 3 ਸਟੇਟ ਆਉਂਦੇ ਸੀ, 3 ਵਰਗ ਸੀਗੇ, ਜਿਸ ਦੇ ਵਿੱਚ ਪਹਿਲਾ ਵਰਗ ਪਾਦਰੀ ਦਾ ਸੀ, ਦੂਜਾ ਵਰਗ ਦੇ ਵਿੱਚ ਕੁਲੀਨ ਆਉਂਦੇ ਸੀ ਅਤੇ ਤੀਜੇ ਵਰਗ ਦੇ ਵਿੱਚ ਆਮ ਜਨਤਾ ਆਉਂਦੀ ਸੀ। ਤਾਂ ਰਾਜਨੀਤਿਕ ਵਿਵਸਥਾ ਜਿਹੜੀ ਹੈਗੀ ਯੂਰਪ ਦੀ ਕੀ ਸੀਗੀ? ਤਾਂ ਫਰਾਂਸ ਵਿੱਚ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਮੰਨਦਾ ਸੀਗਾ। ਤਾਂ ਲੂਈਸ 14ਵੇਂ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ ਦੇ ਉੱਪਰ ਚੱਲ ਰਹੀ ਸੀ। ਤਾਂ ਲੂਈਸ 14ਵਾਂ ਜਿਹੜਾ ਹੈਗਾ ਉਸਨੇ ਉਸ ਦੇ ਸਮੇਂ ਦੇ ਦੌਰਾਨ ਰਾਜਤੰਤਰ ਦੀ ਨਿਰੰਕੁਸ਼ਤਾ ਜਿਹੜੀ ਸੀ ਪੂਰੇ ਸਿਖਰ 'ਤੇ ਸੀਗੀ। ਤਾਂ ਫਰਾਂਸ ਵਿੱਚ
ਜਿਹੜਾ ਰਾਜ ਸੀ ਉਹ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧੀ ਮੰਨਣ ਲੱਗ ਗਿਆ ਸੀ। ਤਾਂ ਉਹ ਉਸ ਦਾ ਆਪਣੀਆਂ ਪਾਵਰਾਂ ਦਾ, ਆਪਣੀਆਂ ਸ਼ਕਤੀਆਂ ਦਾ ਦੁਰਉਪਯੋਗ ਵੀ ਜਿਹੜਾ ਹੈਗਾ ਉਹ ਕਰਦਾ ਸੀਗਾ। ਤਾਂ ਲੂਇਸ 15ਵਾਂ ਜਿਹੜਾ ਕਿ ਲੂਇਸ 14ਵੇਂ ਦੇ ਉੱਤਰਾਧਿਕਾਰੀ ਸੀਗਾ, ਇੱਕ ਅਯੋਗ ਸ਼ਾਸਕ ਸੀ। ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਥਾਂ ਉਸਨੇ ਆਪਣੇ ਆਪ ਨੂੰ ਵਿਲਾਸਮਈ ਜੀਵਨ ਵਿੱਚ ਜਿਹੜਾ ਸੀ ਗਲਤਾਨ ਕਰ ਲਿਆ। ਤਾਂ ਲੂਇਸ 15ਵਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਲੂਇਸ 14ਵੇਂ ਦਾ ਉੱਤਰਾਧਿਕਾਰੀ ਸੀਗਾ, ਉਹ ਇੱਕ ਅਯੋਗ ਸ਼ਾਸਕ ਸੀਗਾ ਤੇ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਦੇ ਲਈ ਸੁਧਾਰ ਕਰਨ ਦੀ ਥਾਂ ਤੇ ਉਸਨੇ ਵਿਲਾਸਮਈ ਜੀਵਨ ਜਿਹੜਾ ਹੈਗਾ ਉਸ ਦੇ ਵਿੱਚ ਆਪਣੇ ਆਪ ਨੂੰ ਗਲਤਾਨ ਕਰ ਰਿਹਾ। ਤਾਂ ਜੇ ਅਸੀਂ ਪੁੱਛੇ ਤੇ 15ਵਾਂ ਜਿਹੜਾ ਸੀ ਲੂਇਸ 15ਵਾਂ ਕੌਣ ਸੀਗਾ, ਤਾਂ ਇਹਦਾ ਉੱਤਰ ਬਣੂਗਾ ਲੂਇਸ 15ਵਾਂ ਜਿਹੜਾ ਹੈਗਾ ਲੂਇਸ 14ਵੇਂ ਦਾ ਉੱਤਰਾਧਿਕਾਰੀ ਸੀ। ਤਾਂ ਫਰਾਂਸ ਦੀ ਕ੍ਰਾਂਤੀ ਦੇ ਅਗਲਾ ਟੌਪਿਕ ਹੈ ਰਾਜਨੀਤਿਕ ਵਿਵਸਥਾ ਜਿਹੜੀ ਸੀ ਉਦੋਂ ਦੀ। ਤਾਂ ਲੂਇਸ 16ਵਾਂ ਜਿਹੜਾ ਸੀ 1774 ਈਸਵੀ ਦੇ ਵਿੱਚ, ਲੂਇਸ 16ਵਾਂ 1700 ਜਿਹੜਾ ਸੀ 74 ਈਸਵੀ ਤਾਂ 1792 ਈਸਵੀ ਤੱਕ ਫਰਾਂਸ ਦਾ ਆਖਰੀ ਸ਼ਾਸਕ ਰਿਹਾ। ਉਹ ਇੱਕ ਚੰਗੀ ਸੋਚ ਵਾਲਾ ਸੀ, ਪਰੰਤੂ ਉਸ ਵਿੱਚ ਦ੍ਰਿੜਤਾ ਜਿਹੜੀ ਸੀਗੀ, ਦ੍ਰਿੜ ਫੈਸਲੇ ਲੈ ਕੇ ਲਾਗੂ ਕਰਨ ਦੀ ਸਮਰੱਥਾ ਦੀ ਘਾਟ ਸੀਗੀ। ਉਸ ਦਾ ਵਿਆਹ ਆਸਟਰੀਆ ਦੀ ਸ਼ਹਿਜ਼ਾਦੀ ਮੇਰੀ ਅੰਟਨਿਟੀ ਨਾਲ ਹੋਇਆ ਸੀ। ਤਾਂ ਮੇਰੀ ਅੰਟਨਿਟੀ ਜਿਹੜੀ ਹੈਗੀ ਆ ਉਹ ਆਸਟਰੀਆ ਦੀ ਸ਼ਹਿਜ਼ਾਦੀ ਸੀਗੀ। ਉਹ ਬੇਸਿਕਲੀ ਉਹਨੂੰ ਪ੍ਰੋਬਲਮ ਕੀ ਆਈ, ਜਿਹੜਾ ਲੂਇਸ 16ਵਾਂ ਸੀਗਾ, ਕਿ ਉਹਦੇ ਇਰਾਦੇ ਜਿਹੜੇ ਸੀ ਪੱਕੇ ਨਹੀਂ ਸੀ, ਮਜ਼ਬੂਤ ਨਹੀਂ ਸੀ, ਉਹ ਦ੍ਰਿੜ ਫੈਸਲੇ ਨਹੀਂ ਲੈ ਸਕਦਾ ਸੀਗਾ। ਤਾਂ ਇੱਥੇ ਜਾ ਕੇ ਰਾਜਨੀਤਿਕ ਵਿਵਸਥਾ ਜਿਹੜੀ ਹੈਗੀ ਉਹਦੇ ਵਿੱਚ ਸਮੱਸਿਆ ਸ਼ੁਰੂ ਹੋ ਗਈਆਂ। ਰਾਜਾ ਦੀਆਂ ਜਿਹੜੇ ਦੈਵੀ ਅਧਿਕਾਰ ਸੀਗੇ, ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਰਾਜੇ ਨੂੰ ਮੰਨਿਆ ਜਾਂਦਾ ਸੀ ਕਿ ਰਾਜਾ ਜਿਹੜਾ ਹੈਗਾ ਉਹਦੇ ਕੋਲ ਦੈਵੀ ਅਧਿਕਾਰ ਨੇ, ਰਾਜਾ ਪਰਮਾਤਮਾ ਦਾ ਰੂਪ ਹੈ। ਤਾਂ ਰਾਜਾ ਆਪਣੇ ਆਪ ਨੂੰ ਧਰਤੀ ਤੇ ਪਰਮਾਤਮਾ ਦਾ ਪ੍ਰਤੀਨਿਧ ਸਮਝਦਾ ਸੀ। ਉਹ ਕਿਸੇ ਨੂੰ ਵੀ ਕਿਸੇ ਵੀ ਸਮੇਂ ਬਿਨਾਂ ਕਿਸੇ ਕਾਰਨ ਦੇ ਬੰਦੀ ਬਣਾ ਸਕਦਾ ਸੀ। ਕਈ ਸਾਲਾਂ ਤੋਂ ਚੱਲ ਰਹੇ ਯੁੱਧ ਕਾਰਨ ਜਿਹੜਾ ਸੀ ਸੈਨਾ ਦੇ ਜਿਹੜੇ ਰੱਖ ਰਖਾਓ ਤੇ ਵਿੱਚ ਜਿਹੜੇ ਸੀਗੇ ਵਰਸਲੀਜ਼ ਦੇ ਮਹਿਲ ਦੀ ਦੇਖ ਰੇਖ ਤੇ ਖਰਚ ਅਤੇ ਸਰਕਾਰੀ ਦਫ਼ਤਰਾਂ ਨੂੰ ਚਲਾਉਣ ਦਾ ਖਰਚਾ ਜਿਹੜਾ ਹੈਗਾ ਉਹ ਫਰਾਂਸ ਦਾ ਖਜ਼ਾਨਾ ਉਸਨੇ ਖਾਲੀ ਕਰ ਦਿੱਤਾ। ਤਾਂ ਰਾਜੇ ਦੀਆਂ ਦੈਵੀ ਸ਼ਕਤੀਆਂ, ਰਾਜੇ ਦੇ ਰੱਬ ਦੇ ਪ੍ਰਤੀਨਿਧ ਦੇ ਰੂਪ ਦੇ ਵਿੱਚ ਰਾਜੇ ਨੂੰ ਸਮਝਣ ਵਾਲੇ ਲੋਕ ਜਿਹੜੇ ਹੈਗੇ, ਜਦੋਂ ਉਹਨਾਂ ਨੇ ਦੇਖਿਆ ਕਿ ਰਾਜੇ ਜਿਹੜੇ ਹੈਗੇ ਉਹਨਾਂ ਨੇ ਖਜ਼ਾਨਾ ਜਿਹੜਾ ਹੈਗਾ ਉਸ ਨੂੰ ਖਾਲੀ ਕਰ ਦਿੱਤਾ, ਤਾਂ ਰਾਜੇ ਦੇ ਇੱਥੇ ਪ੍ਰਸ਼ਨ ਬਣਦਾ ਕਿ ਰਾਜਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਕੀ ਸਮਝਦਾ ਸੀ। ਤਾਂ ਇਸ ਦੇ ਉੱਤਰ ਦੇ ਵਿੱਚ ਅਸੀਂ ਕਹਾਂਗੇ ਕਿ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਜਿਹੜਾ ਰਾਜਾ ਸੀਗਾ ਉਹ ਆਪਣੇ ਆਪ ਨੂੰ ਧਰਤੀ ਦੇ ਉੱਤੇ ਪਰਮਾਤਮਾ ਦਾ ਪ੍ਰਤੀਨਿਧ ਸਮਝਦਾ ਸੀਗਾ। ਤਾਂ ਕਿਸੇ ਵੀ ਸਮੇਂ ਕਿਸੇ ਵੀ ਬੰਦੇ ਨੂੰ, ਕਿਸੇ ਵੀ ਵਿਅਕਤੀ ਨੂੰ ਬਗੈਰ ਕਾਰਨ ਤੇ ਜਿਹੜਾ ਸੀਗਾ ਉਹ ਬੰਦੀ ਬਣਾ ਸਕਦਾ ਸੀ। ਤਾਂ ਫਰਾਂਸੀਸੀ ਸਮਾਜ ਜਿਹੜਾ ਸੀਗਾ, ਅਸੀਂ ਪਹਿਲਾਂ ਦੇਖਿਆ ਕਿ ਉਹ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਪ੍ਰਸ਼ਨ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ, ਅਸੀਂ ਪ੍ਰਸ਼ਨ ਪੁੱਛਦੇ ਹਾਂ ਕਿ ਫਰਾਂਸੀਸੀ ਸਮਾਜ ਜਿਹੜਾ ਹੈਗਾ ਕਿੰਨੇ ਵਰਗਾਂ 'ਚ ਵੰਡਿਆ ਹੋਇਆ ਸੀ। ਤਾਂ ਇਸ ਦੇ ਉੱਤਰ ਦੇ ਵਿੱਚ ਅਸੀਂ ਬੋਲਾਂਗੇ ਕਿ ਫਰਾਂਸੀਸੀ ਸਮਾਜ ਜਿਹੜਾ ਹੈਗਾ ਉਹ ਮੁੱਖ ਤੌਰ ਤੇ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾ ਵਰਗ ਜਿਹੜਾ ਹੈਗਾ, ਪਹਿਲਾ ਵਰਗ ਜਾਂ ਪਾਦਰੀ ਵਰਗ ਜਿਹੜਾ ਸੀ, ਪਾਦਰੀ ਵਰਗ ਜਿਹੜਾ ਹੈਗਾ ਅੱਗੇ 2 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਉੱਚ ਪਾਦਰੀ ਅਤੇ ਸਧਾਰਨ ਪਾਦਰੀ। ਤਾਂ ਪਾਦਰੀ ਵਰਗ ਵੀ ਅੱਗੇ ਜਾ ਕੇ 2 ਸਬ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ, ਜਿਹਦੇ ਵਿੱਚ ਉੱਚ ਪਾਦਰੀ ਆ ਜਾਂਦੇ ਸੀ ਤੇ ਸਧਾਰਨ ਪਾਦਰੀ ਆ ਜਾਂਦੇ ਸੀ। ਉੱਚ ਦੀ ਸ਼੍ਰੇਣੀ ਵਿੱਚ ਪ੍ਰਧਾਨ ਪਾਦਰੀ, ਧਰਮ ਅਧਿਅੰਸ਼ ਤੇ ਮਹੰਤ ਆ ਜਾਂਦੇ ਸੀ, ਤੇ ਜੋ ਕਿ ਫਰਾਂਸ ਵਿੱਚ ਗਿਰਜਾਘਰ ਦਾ ਪ੍ਰਬੰਧ ਚਲਾਉਂਦੇ ਸਨ। ਪ੍ਰਧਾਨ ਪਾਦਰੀ ਜੀ ਜਿਹੜੇ ਸੀਗੇ ਉਹ ਕੁੱਲ ਜਨਸੰਖਿਆ ਦਾ 1% ਹਿੱਸਾ ਸਨ ਤੇ ਉਹ ਗਿਰਜਾਘਰ ਦੀ ਸੰਪਤੀ ਦਾ ਜਿਹੜਾ ਹੈਗਾ ਲਾਭ ਉਠਾਉਂਦੇ ਸੀ, ਜਿਹੜੀ ਕਿ ਕੁੱਲ ਭੂਮੀ ਦਾ 5ਵਾਂ ਹਿੱਸਾ ਸੀ। ਤੇ ਉਹਨਾਂ ਨੂੰ ਲੋਕਾਂ ਕੋਲੋਂ ਟੈਕਸ ਇਕੱਠਾ ਕਰਨ ਦਾ ਅਧਿਕਾਰ ਵੀ ਜਿਹੜਾ ਸੀਗਾ ਪ੍ਰਾਪਤ ਸੀ। ਤਾਂ ਉੱਚ ਪਾਦਰੀ ਜਿਹੜੇ ਹੈਗੇ ਉਹ ਗਿਰਜੇ ਨੂੰ ਆਪਣੀ ਪਰਸਨਲ ਜਿਹੜੀ ਹੈਗੀ ਜਾਗੀਰ ਸਮਝਦੇ ਸੀਗੇ, ਉਹਨਾਂ ਕੋਲ ਟੈਕਸ ਪ੍ਰਾਪਤ ਕਰਨ ਦਾ ਅਧਿਕਾਰ ਸੀਗਾ। ਤਾਂ ਉੱਚ ਪਾਦਰੀ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਮਤਲਬ ਉਸ ਲੈਵਲ ਤੇ, ਉਸ ਪੱਧਰ ਤੇ ਕਰਪਸ਼ਨ ਜਿਹੜੀ ਸੀਗੀ ਉਹ ਚੱਲ ਰਹੀ ਸੀ। ਤਾਂ ਪ੍ਰਧਾਨ ਪਾਦਰੀ ਜਿਹੜਾ ਸੀ ਆਮ ਤੌਰ ਤੇ ਸਧਾਰਨ ਪਾਦਰੀਆਂ ਦਾ ਅਪਮਾਨ ਕਰਦੇ ਸੀ ਅਤੇ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰਦੇ ਸੀ। ਤੇ ਇੱਥੇ ਦੇਖਿਆ ਜਾਵੇ ਕਿ ਜਿਹੜੇ ਪ੍ਰਧਾਨ ਪਾਦਰੀ ਸੀਗੇ ਉਹ ਆਪਣੇ ਤੋਂ ਛੋਟੇ ਪਾਦਰੀ ਜਿਹੜੇ ਸਧਾਰਨ ਪਾਦਰੀਆਂ ਦਾ, ਉਹਨਾਂ ਦੀ ਬੇਇੱਜ਼ਤੀ ਕਰਨਾ ਆਪਣਾ ਅਧਿਕਾਰ ਸਮਝਦੇ ਸੀ, ਉਹਨਾਂ ਦਾ ਜਿਹੜਾ ਹੈਗਾ ਅਪਮਾਨ ਕਰਦੇ ਸੀਗੇ ਤੇ ਆਪ ਜਿਹੜੇ ਸੀ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸੀ। ਤਾਂ ਸਧਾਰਨ ਪਾਦਰੀ ਈਸਾਈ ਮੱਠਾਂ ਵਿੱਚ ਰਹਿੰਦੇ ਸਨ ਅਤੇ ਗਿਰਜਾਘਰ ਵਿੱਚ ਅਧਿਆਤਮਕ ਸੇਵਾਵਾਂ ਦਿੰਦੇ ਸੀ। ਉਹਨਾਂ ਦੀ ਆਮਦਨ ਇੰਨੀ ਘੱਟ ਸੀ ਕਿ ਉਹ ਸਧਾਰਨ ਜੀਵਨ ਵੀ ਮੁਸ਼ਕਲ ਨਾਲ ਗੁਜ਼ਾਰਦੇ ਸੀ। ਤਾਂ ਇਹ ਪਾਦਰੀ ਪ੍ਰਧਾਨ ਪਾਦਰੀਆਂ ਦੇ ਵਿਰੁੱਧ ਸਨ। ਤੇ ਇੱਥੇ ਵੀ ਸਾਨੂੰ ਜਿਹੜਾ ਫਰਾਂਸੀਸੀ ਸਮਾਜ 3 ਵਰਗਾਂ 'ਚ ਵੰਡਿਆ ਸੀ, ਪਹਿਲਾ ਵਰਗ ਜਿਹੜਾ ਹੈਗਾ ਉਹ ਪਾਦਰੀਆਂ ਦਾ ਆ ਗਿਆ। ਤਾਂ ਪਾਦਰੀ ਵੀ ਅੱਗੇ 2 ਵਰਗਾਂ ਦੇ ਵਿੱਚ, ਪ੍ਰਧਾਨ ਪਾਦਰੀ ਤੇ ਸਧਾਰਨ ਪਾਦਰੀ ਦੇ ਵਿੱਚ ਵੰਡੇ ਹੋਏ ਸੀਗੇ। ਤਾਂ ਜਿਹੜਾ ਪ੍ਰਧਾਨ ਪਾਦਰੀ ਸੀਗਾ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾ ਸੀ, ਔਰ ਜਿਹੜੇ ਸਧਾਰਨ ਪਾਦਰੀ ਸੀ ਉਹਨਾਂ ਦਾ ਸ਼ੋਸ਼ਣ ਕਰਦੇ ਸੀ, ਉਹਨਾਂ ਦਾ ਅਪਮਾਨ ਕਰਦੇ ਸੀਗੇ।
ਜਿਹੜਾ ਪ੍ਰਧਾਨ ਪਾਦਰੀ ਹੈ ਉਹ ਆਪ ਐਸ਼ੋ ਆਰਾਮ ਦੀ ਜ਼ਿੰਦਗੀ ਬਿਤਾਉਂਦਾ ਸੀਗਾ, ਪਰ ਜਿਹੜੇ ਸਧਾਰਨ ਪਾਦਰੀ ਸੀ ਉਹਨਾਂ ਦੀ ਆਮਦਨ ਇੰਨੀ ਘੱਟ ਸੀ ਕਿ ਉਹ ਸਧਾਰਨ ਜੀਵਨ ਵੀ ਮੁਸ਼ਕਲ ਨਾਲ ਗੁਜ਼ਾਰਦੇ ਸੀ। ਤਾਂ ਇਹ ਪਾਦਰੀ ਪ੍ਰਧਾਨ ਪਾਦਰੀਆਂ ਦੇ ਵਿਰੁੱਧ ਜਿਹੜੇ ਹੈਗੇ ਚੱਲ ਰਹੇ ਸੀ। ਤਾਂ ਇਹ ਪਾਦਰੀ ਪ੍ਰਧਾਨ ਪਾਦਰੀਆਂ ਦੇ ਆਮ ਪਾਦਰੀ ਵਿਰੁੱਧ ਸੀਗੇ, ਉਹਨਾਂ ਦੇ ਉਲਟ ਸੀ। ਤਾਂ ਦੂਜਾ ਜਿਹੜਾ ਵਰਗ ਸੀਗਾ ਉਹ ਕੁਲੀਨ ਵਰਗ ਸੀ। ਇਸ ਵਰਗ ਦੇ ਵਿੱਚ ਕੁਲੀਨ ਅਤੇ ਰਈਸ ਲੋਕ ਆਉਂਦੇ ਸੀ। ਪਾਦਰੀਆਂ ਤੋਂ ਬਾਅਦ ਦੂਜਾ ਵਰਗ ਜਿਹੜਾ ਸੀਗਾ ਉਹ ਕੁਲੀਨ ਵਰਗ ਸੀ, ਜਿਹਦੇ ਵਿੱਚ ਰਈਸ ਆ ਜਾਂਦੇ ਸੀ, ਅਮੀਰ ਆ ਜਾਂਦੇ ਸੀ, ਜਿਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਅਤੇ ਭੂਮੀ ਰਾਹੀਂ ਧਨ ਇਕੱਠਾ ਕਰਦੇ ਸਨ। ਜਿਹੜਾ ਦੂਜਾ ਵਰਗ ਹੈ, ਦੂਸਰਾ ਵਰਗ ਕੁੱਲ ਫਰਾਂਸੀਸੀ ਆਬਾਦੀ ਦਾ 2% ਸੀ, ਪਰ ਇਹ ਦੇਸ਼ ਦੀ ਕੁੱਲ ਭੂਮੀ ਦਾ 30% ਦੇ ਮਾਲਕ ਸਨ। ਤਾਂ ਦੂਜਾ ਵਰਗ ਜਿਹੜਾ ਸੀਗਾ ਕੁਲੀਨ ਵਰਗ, ਜਿਹਦੇ ਵਿੱਚ ਅਮੀਰ ਲੋਕ ਆਉਂਦੇ ਸੀ, ਰਈਸ ਲੋਕ ਆਉਂਦੇ ਸੀ, ਜਿਨ੍ਹਾਂ ਕੋਲ ਧਨ ਬਹੁਤ ਸੀਗਾ, ਤੇ ਇਹਨਾਂ ਦੀ ਕੁੱਲ ਆਬਾਦੀ 2% ਸੀਗੀ। ਫਰਾਂਸ ਦੀ ਆਬਾਦੀ ਦਾ 2% ਹਿੱਸਾ ਜਿਹੜਾ ਹੈਗਾ ਉਹ ਕੁਲੀਨ ਵਰਗ ਦਾ ਸੀਗਾ। ਜਿਹੜੇ ਪਾਦਰੀ ਸੀ ਉਹ 1% ਸੀਗੇ। ਤਾਂ ਇਸ ਵਰਗ ਦੇ ਵਿੱਚ ਕੁਲੀਨ ਅਤੇ ਰਈਸ ਲੋਕ ਆਉਂਦੇ ਸੀ, ਜਿਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਤੇ ਭੂਮੀ ਰਾਹੀਂ ਧਨ ਇਕੱਠਾ ਕਰਦੇ ਸੀ। ਤਾਂ ਦੂਸਰਾ ਵਰਗ ਕੁੱਲ ਫਰਾਂਸੀਸੀ ਆਬਾਦੀ ਦਾ 2% ਸੀਗਾ, ਪਰ ਇਹ ਦੇਸ਼ ਦੀ ਕੁੱਲ ਭੂਮੀ ਦੇ 30% ਦੇ ਮਾਲਕ ਸਨ। ਹਾਲਾਂਕਿ ਲੋਕ ਘੱਟ ਸੀ, ਜਿਹੜੇ ਕੁਲੀਨ ਵਰਗ ਦੇ ਲੋਕ ਸੀ ਉਹ ਕੇਵਲ 2% ਸੀਗੇ, ਪਰ ਇਹਨਾਂ ਦੇ ਕੋਲ ਇੰਨੀ ਜ਼ਿਆਦਾ ਸੰਪत्ति ਸੀਗੀ ਕਿ ਇਹ 30% ਜਿਹੜੀ ਭੂਮੀ ਸੀ ਫਰਾਂਸ ਦੀ ਉਸਦੇ ਮਾਲਕ ਸੀਗੇ। ਤਾਂ ਪਹਿਲਾ ਵਰਗ ਸੀਗਾ ਪਾਦਰੀ ਵਰਗ, ਦੂਜਾ ਵਰਗ ਜਿਹੜਾ ਹੈਗਾ ਉਹ ਹੈਗਾ ਕੁਲੀਨ ਵਰਗ। ਅੱਗੇ ਅਸੀਂ ਗੱਲ ਕਰਦੇ ਹਾਂ ਤੀਸਰਾ ਵਰਗ ਜਾਂ ਸਧਾਰਨ ਵਰਗ, ਜਿਹੜੇ ਆਮ ਲੋਕ ਸੀਗੇ। ਤਾਂ ਸਮਾਜ ਦੇ ਇਸ ਵਰਗ ਵਿੱਚ ਕੁੱਲ ਜਨਸੰਖਿਆ ਦੇ 97% ਲੋਕ ਆਉਂਦੇ ਸੀ। 1% ਲੋਕ ਜਿਹੜੇ ਹੈਗੇ ਪਾਦਰੀ ਦੇ ਵਿੱਚ ਆ ਗਏ, 2% ਜਿਹੜੇ ਹੈਗੇ ਉਹ ਕੁਲੀਨ ਵਰਗ ਦੇ ਵਿੱਚ ਆ ਗਏ, 1 ਤੇ 2 3 ਹੋ ਗਿਆ, ਤੇ ਬਾਕੀ ਆਮ ਜਿਹੜੇ ਸਧਾਰਨ ਲੋਕ ਸੀ, ਜਿਹੜੇ ਆਮ ਲੋਕ ਸੀਗੇ, ਸਧਾਰਨ ਵਰਗ ਸੀਗਾ, ਉਹ 97% ਲੋਕ ਸੀਗੇ। ਇਸ ਵਰਗ ਨੂੰ ਅਸਮਾਨਤਾ ਤੇ ਸਮਾਜਿਕ ਤੇ ਆਰਥਿਕ ਤੌਰ ਤੇ ਪਛੜੇਪਨ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸ਼੍ਰੇਣੀ ਵਿੱਚ ਇਕਰੂਪਤਾ ਨਹੀਂ ਸੀ। ਇਸ ਦੇ ਵਿੱਚ ਅਮੀਰ ਵਪਾਰੀ, ਅਦਾਲਤੀ ਤੇ ਕਾਨੂੰਨੀ ਅਧਿਕਾਰੀ ਅਤੇ ਸ਼ਾਹਕਾਰ ਆਉਂਦੇ ਸੀ। ਇਸ ਵਰਗ ਵਿੱਚ ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ, ਭੂਮੀ ਰਹਿਤ ਮਜ਼ਦੂਰ ਅਤੇ ਨੌਕਰ ਵੀ ਆਉਂਦੇ ਸੀ। ਜਿਹੜਾ 97% ਸਧਾਰਨ ਵਰਗ ਸੀਗਾ, ਇਸ ਦੇ ਵਿੱਚ ਛੋਟੇ ਕਾਸ਼ਤਕਾਰ ਆਉਂਦੇ ਸੀ, ਇਸ ਦੇ ਵਿੱਚ ਜਿਹੜੇ ਸੀਗੇ ਭੂਮੀ ਰਹਿਤ ਮਜ਼ਦੂਰ ਆਉਂਦੇ ਸੀ ਤੇ ਨੌਕਰ ਵੀ ਆਉਂਦੇ ਸੀਗੇ। ਤਾਂ ਇਹ ਵਰਗ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪਛੜਿਆ ਹੋਇਆ ਵਰਗ ਸੀ। ਤਾਂ ਅਸੀਂ ਹੁਣ ਤੱਕ ਪਿਆਰੇ ਬੱਚਿਓ ਪੜ੍ਹਿਆ ਕਿ ਫਰਾਂਸੀਸੀ ਜਿਹੜੀ ਹੈਗੀ ਕ੍ਰਾਂਤੀ ਤੋਂ ਪਹਿਲਾਂ ਤਾਂ ਉਦੋਂ ਸਮਾਜ ਜਿਹੜਾ ਹੈਗਾ, ਫਰਾਂਸ ਦਾ ਸਮਾਜ ਜਿਹੜਾ ਸੀ ਉਹ 3 ਵਰਗਾਂ ਦੇ ਵਿੱਚ, ਪਾਦਰੀ, ਕੁਲੀਨ ਅਤੇ ਸਧਾਰਨ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਪਾਦਰੀ 2 ਤਰ੍ਹਾਂ ਦੇ ਸੀ, ਇੱਕ ਪ੍ਰਧਾਨ ਪਾਦਰੀ ਤੇ ਇੱਕ ਸਧਾਰਨ ਪਾਦਰੀ, ਤੇ ਦੂਜਾ ਕੁਲੀਨ ਵਰਗ ਆ ਗਿਆ। ਕੁਲੀਨ ਵਰਗ ਦੇ ਵਿੱਚ 2% ਲੋਕ ਸੀਗੇ, ਔਰ ਸਧਾਰਨ ਵਰਗ ਜਿਹੜਾ ਹੈਗਾ ਇਸ ਦੇ ਵਿੱਚ 97% ਲੋਕ ਜਿਹੜੇ ਹੈਗੇ ਉਹ ਸਧਾਰਨ ਵਰਗ ਦੇ ਵਿੱਚ ਆਉਂਦੇ ਸੀ। ਤਾਂ ਤੀਸਰਾ ਵਰਗ ਜਾਂ ਸਧਾਰਨ ਵਰਗ ਜਿਹੜਾ ਹੈਗਾ, ਤੀਸਰੇ ਵਰਗ ਦੇ ਲੋਕ ਹੀ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਸੀ, ਕਿਉਂਕਿ ਪਾਦਰੀ ਜਿਹੜੇ ਹੈਗੇ ਜਾਂ ਕੁਲੀਨ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ, ਪਾਦਰੀ ਤਾਂ ਟੈਕਸ ਇਕੱਠਾ ਕਰਦੇ ਸੀਗੇ। ਤਾਂ ਤੀਸਰੇ ਵਰਗ ਦੇ ਜਿਹੜੇ 97% ਲੋਕ ਸੀਗੇ ਉਹੀ ਟੈਕਸ ਦਿੰਦੇ ਸੀ ਸਭ ਤੋਂ ਜ਼ਿਆਦਾ। ਆਰਥਿਕ ਹਾਲਤ ਸਥਿਤੀ, ਫਰਾਂਸ ਦੀ ਆਰਥਿਕ ਵਿਵਸਥਾ ਜਿਹੜੀ ਹੈਗੀ ਮੁੱਖ ਤੌਰ ਤੇ ਖੇਤੀਬਾੜੀ ਤੇ ਆਧਾਰਿਤ ਸੀਗੀ। ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠਾਂ ਜਿਹੜੇ ਹੈਗੇ ਆ ਉਹ ਦੱਬੇ ਹੋਏ ਸੀ। ਤਾਂ ਫਰਾਂਸ ਦੇ ਕਿਸਾਨ ਜਿਹੜੇ ਹੈਗੇ ਉਹ ਕਰ ਦੇ ਭਾਰ ਹੇਠਾਂ ਦੱਬੇ ਹੋਏ ਸੀਗੇ ਤੇ ਉਹਨਾਂ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਸੀ। ਤਾਂ ਆਰਥਿਕ ਹਾਲਤ ਜਿਹੜੀ ਹੈਗੀ ਹੈ, ਫਰਾਂਸ ਦੀ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਆਧਾਰਿਤ ਸੀਗੀ। ਤਾਂ ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠਾਂ ਦੱਬੇ ਹੋਏ ਸੀ। ਤਾਂ ਕਰ ਜਿਹੜੇ ਹੈਗੇ 2 ਪ੍ਰਕਾਰ ਦੇ ਹੁੰਦੇ ਸੀ, ਪ੍ਰਤੱਖ ਕਰ ਤੇ ਅਪ੍ਰਤੱਖ ਕਰ। ਤਾਂ ਅਸੀਂ ਪਿਆਰੇ ਬੱਚੇ ਹੁਣ ਤੱਕ ਪੜ੍ਹਿਆ ਕਿ ਫਰਾਂਸ ਦਾ ਜਿਹੜਾ ਉਦੋਂ ਦਾ ਸਮਾਜ ਸੀਗਾ ਉਹ 3 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲੇ ਵਰਗ ਦੇ ਵਿੱਚ ਪਾਦਰੀ ਆ ਗਏ, ਪਾਦਰੀ ਅੱਗੇ 2 ਵਰਗਾਂ 'ਚ ਵੰਡੇ ਹੋਏ ਸੀ, ਜਿਹੜੇ ਪ੍ਰਧਾਨ ਪਾਦਰੀ ਤੇ ਸਧਾਰਨ ਪਾਦਰੀ। ਦੂਜੇ ਕੁਲੀਨ ਵਰਗ ਆ ਗਿਆ ਜਿਹੜਾ ਕਿ 2% ਸੀਗਾ, ਪਾਦਰੀ 1% ਜਮਾ, ਕੁਲੀਨ ਵਰਗ ਦੇ ਲੋਕ 2% ਜਿਹੜੇ ਅਮੀਰ ਲੋਕ ਸੀ, ਤੇ ਤੀਜੇ ਜਿਹੜੇ ਹੈਗੇ ਆ ਉਹ ਆਮ ਸਧਾਰਨ ਲੋਕ ਸੀਗੇ, ਜਿਹੜੇ ਉਹ 97% ਸੀਗੇ। ਤਾਂ ਇਹ 97% ਲੋਕ ਜਿਹੜੇ ਹੈਗੇ ਸਧਾਰਨ ਵਰਗ ਦੇ, ਜਿਹੜੇ ਮੁੱਖ ਤੌਰ ਤੇ ਖੇਤੀ ਕਰਦੇ ਸੀ, ਤਾਂ ਉਹਨਾਂ ਨੂੰ ਹੀ ਟੈਕਸ ਦੇਣਾ ਪੈਂਦਾ ਸੀਗਾ। ਤਾਂ ਫਰਾਂਸ ਦੇ ਜਿਹੜੇ ਕਿਸਾਨ ਉਹ ਕਰਾਂ ਦੇ ਟੈਕਸ ਦੇ ਭਾਰ ਹੇਠ ਦੱਬੇ ਹੋਏ ਸੀ, ਕਰ ਦੇ ਭਾਰ ਹੇਠਾਂ ਦੱਬੇ ਹੋਏ ਸੀਗੇ। ਤਾਂ ਕਰ ਜਿਹੜੇ ਹੈਗੇ ਉਹ 2 ਪ੍ਰਕਾਰ ਦੇ ਸੀ, ਇੱਕ ਪ੍ਰਤੱਖ ਕਰ ਸੀਗਾ ਤੇ ਇੱਕ ਅਪ੍ਰਤੱਖ ਕਰ ਸੀਗਾ। ਤਾਂ ਅਸੀਂ ਇੱਥੇ ਹੁਣ ਦੇਖਾਂਗੇ 2 ਪ੍ਰਕਾਰ ਦੇ ਜਿਹੜੇ ਕਰ ਨੇ, ਇੱਕ ਪ੍ਰਤੱਖ ਕਰ ਹੈ ਤੇ ਇੱਕ ਅਪ੍ਰਤੱਖ ਕਰ ਹੈ। ਇਹਦੀ ਇੱਥੇ ਅਸੀਂ ਗੱਲ ਕਰਾਂਗੇ। ਪ੍ਰਤੱਖ ਕਰ ਜਿਹੜਾ ਸੀਗਾ ਉਹਦੇ ਵਿੱਚ ਆ ਗਿਆ ਭੂਮੀ ਕਰ, ਆਮਦਨ ਕਰ ਤੇ ਸੰਪत्ति ਕਰ। ਭੂਮੀ ਕਰ ਜ਼ਮੀਨ ਦੇ ਉੱਤੇ, ਧਰਤੀ ਦੇ ਉੱਤੇ ਕਰ ਸੀਗਾ, ਆਮਦਨ ਜਿਹੜੀ ਸੀਗੀ ਉਹਦੇ ਤੇ ਵੀ ਕਰ ਲੱਗਦਾ ਸੀ ਪ੍ਰਤੱਖ ਕਰ ਦੇ ਵਿੱਚ, ਤੇ ਸੰਪत्ति ਜਿਹੜੀ ਹੈਗੀ, ਜਾਇਦਾਦ ਜਗੀਰ ਜਿਹੜੀ ਹੈਗੀ, ਸੰਪत्ति ਤੇ ਵੀ ਕਰ ਲੱਗਦਾ ਸੀਗਾ। ਤਾਂ ਪ੍ਰਤੱਖ ਕਰ ਦੇ ਵਿੱਚ ਅੱਗੇ 3 ਪਾਰਟ ਆ ਗਏ, ਭੂਮੀ ਕਰ,
ਆਮਦਨ ਕਰ ਅਤੇ ਸੰਪत्ति ਕਰ। ਤਾਂ ਪ੍ਰਤੱਖ ਕਰ ਬਾਰੇ ਤੁਸੀਂ ਕੀ ਜਾਣਦੇ ਹੋ? ਇਹਦੇ ਵਿੱਚ ਤਿੰਨ ਭਾਗ ਹਨ, ਭੂਮੀ ਕਰ, ਆਮਦਨ ਕਰ ਅਤੇ ਸੰਪत्ति ਕਰ। ਤੇ ਅਪ੍ਰਤੱਖ ਕਰ ਜਿਹੜਾ ਹੈਗਾ ਇਹਦੇ ਵਿੱਚ ਨਮਕ ਕਰ ਆ ਗਿਆ, ਘਰ ਕਰ ਜਿਹਨੂੰ ਹਾਊਸ ਟੈਕਸ ਕਹਿੰਦੇ ਆ, ਤੇ ਤੰਬਾਕੂ ਕਰ, ਟੋਬੈਕੋ ਜਿਹੜਾ ਹੈਗਾ ਉਹਦੇ ਦੇ ਉੱਪਰ ਵੀ ਮਤਲਬ ਕਰ ਲੱਗਿਆ ਹੋਇਆ ਸੀਗਾ। ਤਾਂ ਇਹ ਆਦਿ ਵਸਤਾਂ ਤੇ ਲੱਗਣ ਵਾਲਾ, ਤੰਬਾਕੂ ਤੋਂ ਇਲਾਵਾ ਹੋਰ ਜਿਹੜੀਆਂ ਵਸਤਾਂ ਸੀਗੀਆਂ ਉਹਨਾਂ ਤੇ ਲੱਗਣ ਵਾਲਾ ਵੀ ਜਿਹੜਾ ਕਰ ਹੈ ਉਹ ਪ੍ਰਤੱਖ ਦੇ ਵਿੱਚ ਆਉਂਦਾ ਸੀ। ਤਾਂ ਅਪ੍ਰਤੱਖ ਕਰ ਦੇ ਵਿੱਚ ਨਮਕ ਕਰ, ਘਰ ਕਰ ਤੇ ਤੰਬਾਕੂ ਕਰ ਆਉਂਦੇ ਸੀ ਮੇਨ ਤੌਰ ਤੇ, ਵੱਡੇ ਤੌਰ ਤੇ। ਪ੍ਰਤੱਖ ਕਰ ਦੇ ਵਿੱਚ ਭੂਮੀ ਕਰ, ਆਮਦਨ ਕਰ ਤੇ ਸੰਪत्ति ਕਰ। ਤੇ ਅਪ੍ਰਤੱਖ ਕਰ ਜਿਹੜਾ ਹੈਗਾ ਉਹਦੇ ਚ ਨਮਕ ਕਰ, ਘਰ ਕਰ, ਹਾਊਸ ਟੈਕਸ ਜਿਹੜਾ ਹੈਗਾ ਇਹ ਮੀਨ ਟੋਬੈਕੋ ਟੈਕਸ ਜਿਹੜਾ ਹੈਗਾ, ਤੰਬਾਕੂ ਕਰ ਤੇ ਆਦਿ ਵਸਤਾਂ ਤੇ, ਇਸ ਤੋਂ ਇਲਾਵਾ ਹੋਰ ਵਸਤਾਂ ਤੇ ਲੱਗਣ ਵਾਲੇ ਕਰ ਵੀ ਆਉਂਦੇ ਸੀ। ਤਾਂ ਮਹੱਤਵਪੂਰਨ ਜਾਣਕਾਰੀ ਇੱਥੇ ਅਸੀਂ ਹੋਰ ਸਾਂਝੀ ਕਰਦੇ ਹਾਂ। ਕਰ ਕੇਵਲ ਤੀਜੇ ਵਰਗ ਦੇ ਲੋਕਾਂ ਤੋਂ ਲਿਆ ਜਾਂਦਾ ਸੀ। ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ, ਜਿਹੜੇ ਪਾਦਰੀ ਸੀ ਉਹ ਚਰਚ 'ਚ ਬੈਠ ਕੇ ਕਰ ਇਕੱਠਾ ਕਰਦੇ ਸੀਗੇ। ਕੁਲੀਨ ਵਰਗ ਕੋਈ ਟੈਕਸ ਨਹੀਂ ਦਿੰਦਾ ਸੀ, ਕੋਈ ਕਰ ਨਹੀਂ ਦਿੰਦਾ ਸੀਗਾ। ਤਾਂ ਵੱਡੇ ਤੌਰ ਤੇ, ਮੁੱਖ ਤੌਰ ਤੇ ਜਿਹੜਾ ਕਰ ਹੈ ਉਹ ਤੀਜੇ ਵਰਗ ਦੇ ਲੋਕਾਂ ਤੋਂ ਲਿਆ ਜਾਂਦਾ ਸੀ, ਜਿਨ੍ਹਾਂ ਦੀ ਕਿ ਆਬਾਦੀ ਜਿਹੜੀ ਹੈਗੀ 97% ਸੀਗੀ। ਤਾਂ 97% ਲੋਕ ਕਰ ਦਿੰਦੇ ਸੀ। ਉਹ ਜਿਹੜੇ ਸੀ ਟਿੱਥੇ ਅਤੇ ਟਾਈਲੇ ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰਤੱਖ ਅਤੇ ਅਪ੍ਰਤੱਖ ਕਰ ਦਿੰਦੇ ਸੀ। ਟਿੱਥੇ ਤੇ ਟਾਈਲੇ ਦੋ ਤਰ੍ਹਾਂ ਦੇ ਜਿਹੜੇ ਹੈਗੇ ਆ ਕਰਾਂ ਤੋਂ ਇਲਾਵਾ ਹੋਰ ਵੀ ਪ੍ਰਤੱਖ ਤੇ ਅਪ੍ਰਤੱਖ ਕਰ ਦਿੰਦੇ ਸੀ। ਫਰਾਂਸੀਸੀ ਕਹਾਵਤ ਹੈ, ਪਾਦਰੀ ਸਾਰਿਆਂ ਲਈ ਪ੍ਰਾਰਥਨਾ ਕਰਦਾ ਸੀ, ਕੁਲੀਨ ਸਾਰਿਆਂ ਲਈ ਲੜਦਾ ਸੀ, ਆਮ ਲੋਕ ਸਾਰਿਆਂ ਲਈ ਕਰ ਦਿੰਦੇ ਸਨ। ਪਾਦਰੀ ਜਿਹੜਾ ਹੈਗਾ ਉਹ ਸਾਰਿਆਂ ਲਈ ਪ੍ਰਾਰਥਨਾ ਕਰਦਾ ਸੀ, ਕੁਲੀਨ ਸਾਰਿਆਂ ਲਈ ਲੜਦਾ ਸੀ ਔਰ ਆਮ ਲੋਕ ਸਾਰਿਆਂ ਲਈ ਕਰ ਦਿੰਦੇ ਸੀ। ਫਰਾਂਸੀਸੀ ਇੱਕ ਕਹਾਵਤ ਹੈ ਕਿ ਪਾਦਰੀ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ, ਕੁਲੀਨ ਸਾਰਿਆਂ ਲਈ ਲੜਦਾ ਹੈ ਤੇ ਆਮ ਲੋਕ ਸਾਰਿਆਂ ਲਈ ਕਰ ਦਿੰਦੇ ਆ। ਅਪ੍ਰਤੱਖ ਕਰ ਜਿਹੜਾ ਹੈਗਾ ਇਹ ਦੋ ਪ੍ਰਕਾਰ ਦਾ ਹੁੰਦਾ ਸੀ, ਜਿਹਦੇ ਚ ਟਿੱਥੇ ਜਿਹੜਾ ਹੈਗਾ ਇਹ ਕਰ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ। ਟਿੱਥੇ ਕਰ ਜਿਹੜਾ ਹੈਗਾ ਉਹ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ, ਤੇ ਟਾਈਲੇ ਕਰ ਜਿਹੜਾ ਹੈਗਾ ਇਹ ਕਰ ਰਾਜ ਨੂੰ ਦਿੱਤਾ ਜਾਂਦਾ ਸੀ। ਇਸ ਦੇ ਵਿੱਚ ਵੀ ਜਿਹੜਾ ਅਪ੍ਰਤੱਖ ਕਰ ਹੈ ਉਹਦੇ ਵਿੱਚ ਦੋ ਤਰ੍ਹਾਂ ਦੇ ਅੱਗੇ ਕਰ ਆ ਗਏ, ਟਿੱਥੇ ਅਤੇ ਟਾਈਲੇ। ਤੇ ਟਿੱਥੇ ਜਿਹੜਾ ਹੈਗਾ ਇਹ ਕਰ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ, ਔਰ ਟਾਈਲੇ ਇਹ ਕਰ ਜਿਹੜਾ ਹੈਗਾ ਰਾਜ ਨੂੰ, ਸਰਕਾਰ ਨੂੰ ਦਿੱਤਾ ਜਾਂਦਾ ਸੀ। ਤਾਂ ਅਪ੍ਰਤੱਖ ਕਰ ਟਿੱਥੇ ਦੀ ਅਸੀਂ ਗੱਲ ਕਰੀਏ ਤਾਂ ਟਿੱਥੇ ਇਹ ਗਿਰਜਾ ਘਰ ਨੂੰ ਦਿੱਤਾ ਜਾਣ ਵਾਲਾ ਕਰ ਸੀਗਾ। ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨੀ ਦਾ 10ਵਾਂ ਹਿੱਸਾ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਇਹ ਇੱਕ ਭੂਮੀ ਕਰ ਸੀ ਜੋ ਪਹਿਲਾਂ ਸਵੈ ਇੱਛਾ ਨਾਲ ਦੇਣਾ ਹੁੰਦਾ ਸੀ, ਪਰ ਬਾਅਦ ਵਿੱਚ ਇਹ ਲਾਜ਼ਮੀ ਦਿੱਤਾ ਜਿਹੜਾ ਹੈਗਾ, ਲਾਜ਼ਮੀ ਤੌਰ ਤੇ ਦਿੱਤਾ ਗਿਆ। ਤਾਂ ਟਿੱਥੇ ਕਰ ਜਿਹੜਾ ਹੈਗਾ ਉਹ ਗਿਰਜਾ ਘਰ ਨੂੰ ਦਿੱਤਾ ਜਾਣ ਵਾਲਾ ਕਰ ਸੀਗਾ। ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ ਜਿਹੜਾ ਹੈਗਾ 10ਵਾਂ ਹਿੱਸਾ ਉਹ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਇਹ ਇੱਕ ਭੂਮੀ ਕਰ ਸੀਗਾ ਜੋ ਕਿ ਪਹਿਲਾਂ ਸਵੈ ਇੱਛਾ ਨਾਲ ਦੇਣਾ ਪੈਂਦਾ ਸੀ ਤੇ ਬਾਅਦ ਦੇ ਵਿੱਚ ਇਹ ਲਾਜ਼ਮੀ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ। ਤਾਂ ਇਹ ਅੱਗੇ ਜਿਹੜਾ ਅਪ੍ਰਤੱਖ ਕਰ ਟਾਈਲੇ ਜਿਹੜਾ ਹੈਗਾ, ਅਪ੍ਰਤੱਖ ਕਰ ਟਾਈਲੇ ਜਿਹੜਾ ਹੈਗਾ ਇਹ ਆਮ ਤੌਰ ਤੇ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀਗਾ, ਜੋ ਆਮ ਲੋਕਾਂ ਤੇ ਲਗਾਇਆ ਜਾਂਦਾ ਸੀ ਤੇ ਆਮ ਤੌਰ ਤੇ ਰਾਜੇ ਦੁਆਰਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪत्ति ਤੇ ਲਗਾਇਆ ਜਾਂਦਾ ਸੀ। ਇਹ ਕਰ ਰੋਜ਼ਾਨਾ ਲੋਕਾਂ, ਜਿਵੇਂ ਕਿ ਨਮਕ ਅਤੇ ਤੰਬਾਕੂ, ਜਿਹੜੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਸੀਗੀਆਂ, ਰੋਜ਼ਾਨਾ ਦੀਆਂ ਜਿਹੜੀਆਂ ਲੋੜਾਂ ਜਿਵੇਂ ਕਿ ਨਮਕ ਹੋ ਗਿਆ, ਤੰਬਾਕੂ ਹੋ ਗਿਆ, ਇਸ ਤੇ ਲਗਾਇਆ ਜਾਂਦਾ ਸੀ। ਤਾਂ ਇਸ ਦਾ ਪ੍ਰਤੀਸ਼ਤ ਜਿਹੜਾ ਹੈਗਾ ਹਰ ਸਾਲ ਰਾਜੇ ਦੀ ਮਰਜ਼ੀ ਦੇ ਨਾਲ ਤੈਅ ਕੀਤਾ ਜਾਂਦਾ ਸੀ। ਤਾਂ ਟਿੱਥੇ ਤੇ ਟਾਈਲੇ ਦੋ ਤਰ੍ਹਾਂ ਦੇ ਕਰਜ਼ ਸੀਗੇ, ਤਾਂ ਅਸੀਂ ਇਹ ਪੜ੍ਹੇ ਨਾ। ਤਾਂ ਇਹ ਸਾਡਾ ਪਹਿਲਾ ਪਾਠ ਹੈ ਅੱਜ ਦਾ। ਤਾਂ ਅੱਜ ਅਸੀਂ ਦੇਖਿਆ ਕਿ ਅਸੀਂ ਇਸ ਪਾਠ ਦੇ ਵਿੱਚ ਫਰਾਂਸ ਦੀ ਕ੍ਰਾਂਤੀ ਦੇ ਵਿੱਚ ਕੀ ਪੜ੍ਹਿਆ ਹੈ, ਕਿ ਅੱਜ ਅਸੀਂ ਲੋਕਤੰਤਰੀ ਸਰਕਾਰ ਦੀ ਜਿਹੜੀ ਧਾਰਨਾ ਹੈ ਉਹਨੂੰ ਭਲੀ ਭਾਂਤੀ ਜਾਣਦੇ ਹਾਂ। ਇਹ ਜਿਹੜੀ ਹੈਗੀ ਇਸ ਅਧੀਨ ਸਮੇਂ-ਸਮੇਂ ਤੇ ਚੋਣਾਂ ਹੁੰਦੀਆਂ ਤੇ ਚੁਣੇ ਹੋਏ ਪ੍ਰਤੀਨਿਧੀ ਕਾਨੂੰਨ ਬਣਾਉਂਦੇ ਨੇ ਤੇ ਸਰਕਾਰ ਚਲਾਉਂਦੇ ਨੇ। ਲੋਕਤੰਤਰ ਵਿੱਚ ਸਾਰੇ ਨਾਗਰਿਕ ਜਿਹੜੇ ਹੈਗੇ ਉਹਨਾਂ ਨੂੰ ਮੌਲਿਕ ਅਧਿਕਾਰ ਪ੍ਰਾਪਤ ਹਨ ਤੇ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੁੰਦੇ ਨੇ। ਪਰ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਇਦਾਂ ਦਾ ਕਨਸੈਪਟ ਜਿਹੜਾ ਹੈਗਾ, ਇਦਾਂ ਦੀ ਵਿਚਾਰਧਾਰਾ ਕਿਤੇ ਵੀ ਨਹੀਂ ਸੀ। ਤਾਂ ਸ਼ਾਸਨ ਜਿਹੜਾ ਹੈਗਾ ਉਹ ਰਾਜਿਆਂ ਜਾਂ ਬਾਦਸ਼ਾਹ ਵੱਲੋਂ ਚਲਾਇਆ ਜਾਂਦਾ ਸੀ ਤੇ ਆਪਣੀ ਇੱਛਾ ਅਨੁਸਾਰ ਉਹ ਕਾਨੂੰਨ ਬਣਾਉਂਦੇ ਸੀ। ਤਾਂ ਸਮਾਜ ਦੋ ਵਰਗ, ਨਿਮਨ ਤੇ ਉੱਚ ਵਰਗ ਦੇ ਵਿੱਚ ਵੰਡਿਆ ਹੋਇਆ ਸੀਗਾ। ਤਾਂ ਹਰੇਕ ਦੇ ਆਪਣੇ ਆਪਣੇ ਵਿਸ਼ੇਸ਼ ਅਧਿਕਾਰ ਸੀਗੀ ਤੇ ਕਰਤੱਵ ਹੁੰਦੇ ਸੀਗੇ। ਤੇ ਇਸ ਅਧਿਆਏ ਦੇ ਵਿੱਚ ਅਸੀਂ ਸੰਖੇਪ ਤੌਰ ਤੇ ਪੜਾਂਗੇ ਕਿ ਕਿਵੇਂ ਪੜ੍ਹਿਆ ਕਿ ਕਿਵੇਂ ਰਾਜਨੀਤਿਕ ਵਿਵਸਥਾ ਜਿਹੜੀ ਹੈਗੀ ਉਸ ਨੂੰ ਸਮਾਪਤ ਕਰਨ ਲਈ ਸੰਘਰਸ਼ ਜਿਹੜਾ ਹੈਗਾ ਉਹ ਚੱਲਿਆ। ਤਾਂ ਇਸ ਸੰਘਰਸ਼ ਜਿਹੜਾ ਹੈਗਾ ਇਸ ਨੂੰ ਕ੍ਰਾਂਤੀ ਕਿਹਾ ਜਾਂਦਾ। ਤਾਂ ਕ੍ਰਾਂਤੀ ਦੀ ਪਰਿਭਾਸ਼ਾ ਕੀ ਹੈ? ਸਮਾਜ ਵਿੱਚ ਅਚਨਚੇਤ ਅਤੇ ਉਗਰ ਪਰਿਵਰਤਨ ਜਿਹੜਾ ਆਉਂਦਾ, ਅਚਾਨਕ ਜਿਹੜੀ ਤਬਦੀਲੀ ਆਉਂਦੀ ਹੈ ਸਮਾਜ ਦੇ ਵਿੱਚ, ਬਹੁਤ ਵੱਡੇ ਪੱਧਰ ਤੇ, ਉੱਚੇ ਪੱਧਰ ਤੇ ਜਿਹੜੀਆਂ ਤਬਦੀਲੀਆਂ ਆਉਂਦੀਆਂ ਉਹ ਕ੍ਰਾਂਤੀ ਦੇ ਨਾਲ ਹੀ ਸੰਭਵ ਹੋ ਸਕਦੀਆਂ। ਤਾਂ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਜਿਹੜਾ ਲੋਕ ਸ਼ਾਸਨ ਰਾਜੇ ਚਲਾਉਂਦੇ ਸੀਗੇ, ਉਹਨਾਂ ਦੇ ਜਿਹੜੇ ਜ਼ੁਲਮ ਸੀ ਉਹਨਾਂ ਦਾ ਖਹਿੜਾ ਛਡਾਉਣ ਵਾਸਤੇ ਤਾਂ ਲੋਕਾਂ ਨੇ ਕ੍ਰਾਂਤੀ ਵੱਲ ਨੂੰ ਕਦਮ ਜਿਹੜੇ ਸੀ ਵਧਾਏ। ਤਾਂ ਇਤਿਹਾਸਕ ਪਿੱਠ ਭੂਮੀ ਦੀ ਅਸੀਂ ਗੱਲ ਕੀਤੀ ਹੈ। ਇਸ ਵਿੱਚ ਫਰਾਂਸੀ ਕ੍ਰਾਂਤੀ ਜਿਹੜੀ ਹੈਗੀ
ਫਰਾਂਸੀਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਮਹਾਨ ਘਟਨਾ ਹੈ। ਕਹਿੰਦਾ ਇਸ ਕ੍ਰਾਂਤੀ ਨੇ ਇਤਿਹਾਸ ਦੇ ਜਿਹੜਾ ਬਹੁਤ ਡੂੰਘਾ ਪ੍ਰਭਾਵ ਪਾਇਆ ਸੀ ਤੇ ਇਸ ਨੇ ਮਨੁੱਖਤਾ ਨੂੰ 3 ਨਵੇਂ ਜਿਹੜੇ ਵਿਚਾਰ ਦਿੱਤੇ ਨੇ, ਆਪਾਂ ਡਿਸਕਸ ਕੀਤਾ ਹੈ, ਜਿਸ ਦੇ ਵਿੱਚ ਸੁਤੰਤਰਤਾ ਦਾ ਜਿਹੜਾ ਹੈਗਾ, ਸਮਾਨਤਾ ਅਤੇ ਭਰਾਤਰੀ ਭਾਵ ਦਾ, ਸੁਤੰਤਰਤਾ, ਸਮਾਨਤਾ ਤੇ ਭਰਾਤਰੀ ਭਾਵ ਦੇ ਵਿਚਾਰ ਦਿੱਤੇ ਨੇ। ਤੇ ਇਹ ਕ੍ਰਾਂਤੀ ਜਿਹੜੀ ਹੈਗੀ ਹੈ 1799 ਈਸਵੀ ਤੋਂ ਅੱਗੇ ਜਿਹੜੀ ਹੈਗੀ ਹੈ ਚੱਲਦੀ ਰਹੀ 1799 ਤੱਕ। ਤਾਂ ਫਰਾਂਸੀਸੀ ਸਰਕਾਰ ਨੂੰ ਜਿਹੜਾ ਸੀ ਟੈਕਸ ਘੱਟ ਕਰਨ ਦੇ ਲਈ ਇੱਕ ਮਤਲਬ ਚੁਣੌਤੀ ਸੀਗੀ। ਉਹਨਾਂ ਨੇ ਜਦੋਂ ਟੈਕਸ ਵਧਾਇਆ ਤਾਂ ਉਹਦੇ ਲਈ ਚੁਣੌਤੀ ਖੜੀ ਹੋ ਗਈ, ਤਾਂ ਉਹਨੂੰ ਸਾਹਮਣਾ ਕਰਨਾ ਰਹੀ ਸੀ। ਤੇ ਇਸ ਨੂੰ ਲੋਕਾਂ ਵਿੱਚ ਰੋਸ ਦੀ ਭਾਵਨਾ ਪੈਦਾ ਕੀਤੀ, ਜਿਸ ਨੇ ਫਰਾਂਸੀਸੀ ਕ੍ਰਾਂਤੀ ਲਈ ਜਿਹੜਾ ਹੈਗਾ ਰਾਹ ਪੱਧਰਾ ਕੀਤਾ। ਤਾਂ ਫਰਾਂਸੀਸੀ ਕ੍ਰਾਂਤੀ ਦੇ ਵਰਣਨ ਤੋਂ ਪਹਿਲਾਂ ਯੂਰਪ ਦੀ ਅਗਰ ਅਸੀਂ ਰਾਜਨੀਤਿਕ, ਸਮਾਜਿਕ ਤੇ ਆਰਥਿਕ ਸਥਿਤੀ ਦਾ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਸਾਨੂੰ ਪਤਾ ਲੱਗਿਆ, ਅਸੀਂ ਪੜ੍ਹਿਆ ਕਿ ਵਰਗ ਜਿਹੜਾ ਉਹ ਸਮਾਜ ਜਿਹੜਾ ਸੀਗਾ ਉਹ ਕਿੰਨੇ ਭਾਗਾਂ 'ਚ ਵੰਡਿਆ ਹੋਇਆ ਸੀ। ਪ੍ਰਾਚੀਨ ਰਾਜ ਪ੍ਰਬੰਧ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਬੋਬਰੋ ਵੰਸ਼ ਦਾ ਰਾਜਤੰਤਰੀ ਸ਼ਾਸਨ ਸੀਗਾ। 3 ਐਸਟੇਟ ਵਰਗ ਸੀਗੇ, ਜਿਹਦੇ ਵਿੱਚ ਪਾਦਰੀ, ਕੁਲੀਨ ਤੇ ਆਮ ਜਨਤਾ ਆਉਂਦੀ ਸੀ। ਪਰ ਮੇਨ ਵੱਡੇ ਤੌਰ ਤੇ ਉੱਚ ਵਰਗ ਤੇ ਨਿਮਨ ਵਰਗ ਸੀਗਾ। ਉੱਚ ਵਰਗ ਦੇ ਵਿੱਚ 2 ਵਰਗ ਆ ਗਏ, ਪਾਦਰੀ ਤੇ ਕੁਲੀਨ, ਤੇ ਨਿਮਨ ਵਰਗ ਦੇ ਵਿੱਚ ਆਮ ਜਨਤਾ ਆਉਂਦੀ ਸੀ। ਤਾਂ ਰਾਜਤੰਤਰ ਜਿਹੜੀ ਮੋਨਾਰਕੀ ਸੀਗੀ, ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ ਚੱਲਦਾ ਸੀ, ਤਾਂ ਪੀੜ੍ਹੀ ਦਰ ਪੀੜ੍ਹੀ ਇਹ ਸ਼ਾਸਨ ਜਿਹੜਾ ਹੈਗਾ ਉਹ ਚੱਲਦਾ ਆ ਰਿਹਾ ਸੀ। ਤਾਂ ਮੋਨਾਰਕੀ ਜਿਹੜੀ ਹੈਗੀ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਸੀ। ਤਾਂ ਫਰਾਂਸ ਵਿੱਚ ਰਾਜਤੰਤਰ ਹੋਣ ਕਰਕੇ ਰਾਜਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧੀ ਮੰਨਦਾ ਸੀ। ਤੇ ਲੂਇਸ 14ਵੇਂ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਜਿਹੜੀ ਹੈਗੀ ਪੂਰੇ ਸਿਖਰ ਤੇ ਸੀਗੀ। ਲੂਇਸ 14ਵੇਂ ਦੇ ਸਮੇਂ ਰਾਜਤੰਤਰ ਦਾ ਜਿਹੜਾ ਹੈਗਾ ਮੋਨਾਰਕੀ ਪੂਰੇ ਆਪਣੇ ਸਿਖਰ ਦੇ ਉੱਪਰ ਚੱਲ ਰਹੀ ਸੀਗੀ। ਅਸੀਂ ਇਸ ਦੇ ਉੱਪਰ ਇਹਦਾ ਬਾਰੇ ਪੜ੍ਹਿਆ। ਤਾਂ ਲੂਇਸ 15ਵਾਂ ਜਿਹੜਾ ਕਿ ਲੂਇਸ 14ਵੇਂ ਦੇ ਉੱਤਰਾਧਿਕਾਰੀ ਸੀਗਾ, ਤੇ ਇੱਕ ਅਯੋਗ ਸ਼ਾਸਕ ਸੀਗਾ। ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਥਾਂ ਉਹਨੇ ਆਪਣੇ ਆਪ ਨੂੰ ਵਿਲਾਸਮਈ ਜੀਵਨ ਦੇ ਵਿੱਚ ਗਲਤਾਨ ਕੀਤਾ ਹੋਇਆ ਸੀਗਾ। ਤਾਂ ਉਹ ਰਾਜ ਵਧੀਆ ਨਹੀਂ ਚਲਾ ਰਿਹਾ ਸੀਗਾ। ਲੂਇਸ 15ਵਾਂ ਜਿਹੜਾ ਹੈਗਾ ਲੂਇਸ 14ਵੇਂ ਦਾ ਜਿਹੜਾ ਉੱਤਰਾਧਿਕਾਰੀ ਸੀਗਾ। ਤਾਂ ਲੂਇਸ 16ਵਾਂ ਜਿਹੜਾ ਹੈਗਾ 1774 ਈਸਵੀ ਤੋਂ ਲੈ ਕੇ 1792 ਤੱਕ ਜੇ ਅਸੀਂ ਗੱਲ ਕਰੀਏ ਤਾਂ 1792 ਈਸਵੀ ਤੱਕ ਫਰਾਂਸ ਦਾ ਆਖਰੀ ਸ਼ਾਸਕ ਰਿਹਾ ਹੈ ਲੂਇਸ ਜਿਹੜਾ ਹੈਗਾ 16ਵਾਂ। ਤਾਂ ਉਹ ਇੱਕ ਚੰਗੀ ਸੋਚ ਵਾਲਾ ਸੀ, ਪਰੰਤੂ ਉਸ ਦੀ ਜਿਹੜੀ ਹੈਗੀ ਉਸ ਦੇ ਵਿੱਚ ਦ੍ਰਿੜ ਫੈਸਲੇ ਲੈਣ ਦੀ ਜਿਹੜੀ ਸੀ ਉਹਦੇ ਵਿੱਚ ਆਦਤ ਨਹੀਂ ਸੀ। ਉਹ ਪੱਕੇ ਫੈਸਲੇ, ਦ੍ਰਿੜ ਫੈਸਲੇ ਨਹੀਂ ਲੈ ਸਕਦਾ ਸੀਗਾ। ਤਾਂ ਉਸ ਦਾ ਵਿਆਹ ਜਿਹੜਾ ਹੈਗਾ ਆਸਟਰੀਆ ਦੀ ਸ਼ਹਿਜ਼ਾਦੀ ਜਿਹੜੀ ਸੀ ਐਂਟੋਨੀਟੀ ਨਾਲ ਹੋਇਆ ਸੀ। ਤਾਂ ਉਹ ਡਿਸੀਜ਼ਨ ਮੇਕਰ ਨਹੀਂ ਸੀ, ਉਹ ਦ੍ਰਿੜ ਫੈਸਲੇ ਜਿਹੜੇ ਹੈਗੇ ਸਖਤ ਫੈਸਲੇ ਨਹੀਂ ਲੈ ਸਕਦਾ ਸੀ ਲੂਇਸ 16ਵਾਂ ਜਿਹੜਾ ਸੀਗਾ। ਤਾਂ ਰਾਜੇ ਦੇ ਦੈਵੀ ਅਧਿਕਾਰ ਜਿਹੜੇ ਸੀ, ਰਾਜਾ ਆਪਣੇ ਆਪ ਨੂੰ ਧਰਤੀ ਦੇ ਉੱਤੇ ਪ੍ਰਮਾਤਮਾ ਦਾ ਪ੍ਰਤੀਨਿਧ ਸਮਝਦਾ ਸੀ। ਉਹ ਕਿਸੇ ਨੂੰ ਵੀ ਕਿਸੇ ਵੀ ਸਮੇਂ ਬਿਨਾਂ ਕਿਸੇ ਕਾਰਨ ਦੇ ਬੰਦੀ ਬਣਾ ਸਕਦਾ ਸੀਗਾ। ਤਾਂ ਕਈ ਸਾਲਾਂ ਤੱਕ ਚੱਲ ਰਹੇ ਯੁੱਧ ਕਾਰਨ ਸੈਨਾ ਦੇ ਜਿਹੜਾ ਰੁੱਖ ਰਖਾਵ ਸੀ, ਵਰਸਲਿਸ ਦੇ ਮਹਿਲ ਦੀ ਜਿਹੜੀ ਦੇਖ ਰੇਖ ਸੀ ਤੇ ਉਹਦਾ ਖਰਚਾ ਜਿਹੜਾ ਸੀਗਾ, ਸਰਕਾਰੀ ਦਫ਼ਤਰਾਂ ਨੂੰ ਚਲਾਉਣ ਦਾ ਖਰਚਾ ਜਿਹੜਾ ਹੈਗਾ, ਉਸਨੇ ਫਰਾਂਸ ਦਾ ਜਿਹੜਾ ਖਜ਼ਾਨਾ ਖਾਲੀ ਕਰਤਾ। ਤਾਂ ਉਸ ਦਫ਼ਤਰਾਂ ਨੂੰ ਚਲਾਉਣ ਦਾ ਖਰਚਾ, ਮਹਿਲ ਨੂੰ ਚਲਾਉਣ ਦਾ ਖਰਚਾ, ਤਾਂ ਉਸਨੇ ਫਰਾਂਸ ਦਾ ਜਿਹੜਾ ਹੈਗਾ ਖਜ਼ਾਨਾ ਖਾਲੀ ਕਰਤਾ। ਖਜ਼ਾਨਾ ਜਦੋਂ ਖਾਲੀ ਹੋਇਆ ਤਾਂ ਉਹਨਾਂ ਨੇ ਟੈਕਸ ਵਧਾ ਦਿੱਤਾ। ਤਾਂ ਜਦੋਂ ਸਰਕਾਰ ਨੇ ਟੈਕਸ ਵਧਾਇਆ ਤੇ ਜਿਹੜੀ ਆਮ ਜਨਤਾ ਸੀਗੀ, ਜਿਹੜਾ 97% ਲੋਕ ਸੀਗੇ ਆਮ ਜਨਤਾ, ਉਹ ਜਿਹੜੀ ਸੀ ਉਹ ਕ੍ਰਾਂਤੀ ਦੇ ਰਾਹ ਦੇ ਉੱਪਰ ਤੁਰ ਪਈ। ਤਾਂ ਸੰਘਰਸ਼ ਸ਼ੁਰੂ ਹੋ ਗਿਆ। ਤਾਂ ਅਸੀਂ ਇੱਥੇ ਗੱਲ ਕੀਤੀ ਸੀ ਪਹਿਲੇ ਵਰਗ ਦੀ। ਜਿਹੜਾ ਪਹਿਲਾ ਵਰਗ ਹੈ ਜਾਂ ਪਾਦਰੀ ਵਰਗ ਵੀ ਅੱਗੇ 2 ਵਰਗਾਂ 'ਚ ਵੰਡਿਆ ਹੋਇਆ ਸੀ। ਇੱਕ ਤਾਂ ਪ੍ਰਧਾਨ ਪਾਦਰੀ ਸੀਗਾ ਤੇ ਇੱਕ ਜਿਹੜੇ ਹੈਗੇ ਆ ਉਹ ਸਧਾਰਨ ਪਾਦਰੀ ਸੀ। ਤਾਂ ਪਾਦਰੀ ਵਰਗ ਜਿਹੜਾ ਹੈਗਾ 2 ਹਿੱਸਿਆਂ 'ਚ ਵੰਡਿਆ ਹੋਇਆ ਸੀ, ਉੱਚ ਪਾਦਰੀ ਅਤੇ ਸਧਾਰਨ ਪਾਦਰੀ। ਉੱਚ ਦੀ ਸ਼੍ਰੇਣੀ ਦੇ ਵਿੱਚ ਪ੍ਰਧਾਨ ਪਾਦਰੀ ਜਿਹੜੇ ਹੈਗੇ ਧਰਮ ਅਧਿਅੰਸ਼ ਤੇ ਮਹੰਤ ਆ ਜਾਂਦੇ ਸੀ, ਜਿਹੜੇ ਕਿ ਫਰਾਂਸ ਵਿੱਚ ਗਿਰਜਾਘਰ ਦਾ ਪ੍ਰਬੰਧ ਚਲਾਉਂਦੇ ਸੀ। ਪ੍ਰਧਾਨ ਪਾਦਰੀ ਜੀ ਜਿਹੜਾ ਸੀ ਕੁੱਲ ਜਨਸੰਖਿਆ ਦਾ ਜਿਹੜਾ ਹੈਗੇ ਆ ਉਹ 1% ਹਿੱਸਾ ਸੀ। ਤੇ ਗਿਰਜਾ ਜਿਹੜਾ ਹੈਗਾ ਗਿਰਜਾਘਰ ਦੀ ਸੰਪત્ਤੀ ਦਾ ਲਾਭ ਉਠਾਉਂਦੇ ਸੀ, ਜਿਹੜੀ ਕਿ ਕੁੱਲ ਭੂਮੀ ਦਾ 5ਵਾਂ ਹਿੱਸਾ ਸੀਗੀ। ਕੁੱਲ ਜਿਹੜੀ ਲੈਂਡ ਸੀ, ਕੁੱਲ ਧਰਤੀ ਦਾ 5ਵਾਂ ਹਿੱਸਾ ਗਿਰਜੇ ਆਉਂਦੇ ਸੀਗੇ। ਤਾਂ ਉਹ ਜਿਹੜੀ ਜਿੰਨੀ ਸੰਪत्ति ਸੀ ਉਹਦਾ ਉਹ ਲਾਭ ਉਠਾਉਂਦੇ ਸੀ ਜਿਹੜੇ ਪ੍ਰਧਾਨ ਪਾਦਰੀ ਸੀਗੇ। ਤੇ ਉਹ ਜਿਹੜੇ ਸੀ ਉਹਨਾਂ ਨੂੰ ਲੋਕਾਂ ਕੋਲੋਂ ਟੈਕਸ ਇਕੱਠਾ ਕਰਨ ਦਾ ਵੀ ਅਧਿਕਾਰ ਜਿਹੜਾ ਹੈਗਾ ਉਹ ਪ੍ਰਾਪਤ ਸੀ। ਇਸੇ ਤਰ੍ਹਾਂ ਪ੍ਰਧਾਨ ਪਾਦਰੀ ਆਮ ਤੌਰ ਤੇ ਸਧਾਰਨ ਪਾਦਰੀਆਂ ਦਾ ਅਪਮਾਨ ਕਰਦੇ ਸੀਗੇ ਤੇ ਆਪ ਜਿਹੜੇ ਹੈਗੇ ਪ੍ਰਧਾਨ ਪਾਦਰੀ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰਦੇ ਸੀ। ਔਰ ਜਿਹੜਾ ਸਧਾਰਨ ਪਾਦਰੀ ਹੈ ਉਸ ਦੀ ਆਮਦਨ ਇੰਨੀ ਘੱਟ ਸੀਗੀ ਕਿ ਉਹ ਸਧਾਰਨ ਜੀਵਨ ਵੀ ਬੜੀ ਮੁਸ਼ਕਿਲ ਦੇ ਨਾਲ ਗੁਜ਼ਾਰਦਾ ਸੀਗਾ। ਤਾਂ ਇਹ ਜਿਹੜੇ ਸਧਾਰਨ ਪਾਦਰੀ ਸੀ, ਇਹ ਜਿਹੜੇ ਪ੍ਰਧਾਨ ਪਾਦਰੀਆਂ ਦੇ ਜਿਹੜੇ ਹੈਗੇ ਆ ਉਹ ਵਿਰੁੱਧ ਸੀਗੇ। ਦੂਜਾ ਵਰਗ ਜਿਹੜਾ ਹੈਗਾ ਅਸੀਂ ਉਹ ਪੜ੍ਹਿਆ ਕਿ ਕੁਲੀਨ ਵਰਗ ਸੀਗਾ। ਕੁਲੀਨ ਵਰਗ ਦੇ ਵਿੱਚ ਰਈਸ ਲੋਕ ਆਉਂਦੇ ਸੀ, ਅਮੀਰ ਲੋਕ ਆਉਂਦੇ ਸੀ, ਜਿਨ੍ਹਾਂ ਨੂੰ ਕੋਈ ਵੀ ਕਰ ਨਹੀਂ ਦੇਣਾ ਪੈਂਦਾ ਸੀ ਤੇ ਭੂਮੀ ਰਾਹੀਂ ਉਹ ਧਨ ਇਕੱਠਾ ਕਰਦੇ ਸੀ। ਤੇ ਦੂਸਰਾ ਵਰਗ ਜਿਹੜਾ ਹੈਗਾ ਕੁਲੀਨ ਵਰਗ ਕੁੱਲ ਫਰਾਂਸੀਸੀ ਆਬਾਦੀ ਦਾ 2% ਸੀਗਾ, ਪਰ ਇਹ ਦੇਸ਼ ਦੀ ਕੁੱਲ ਭੂਮੀ ਦਾ 30% ਜਿਹੜਾ ਹੈਗਾ ਉਹਦੇ ਮਾਲਕ ਸੀਗੇ। ਤਾਂ ਸਾਡੇ ਕੋਲ ਪਹਿਲਾ ਵਰਗ ਜਿਹੜਾ ਹੈਗਾ ਉਹ ਪਾਦਰੀ ਵਰਗ ਆ ਗਿਆ ਤੇ ਦੂਜਾ ਕੁਲੀਨ ਵਰਗ ਆ ਗਿਆ। ਪਾਦਰੀ ਵਰਗ ਜਿਹੜਾ ਹੈਗਾ ਉਹ ਆਬਾਦੀ ਦਾ
ਕੁੱਲ ਜਿਹੜੀ ਆਬਾਦੀ ਆ ਉਹਦਾ 1% ਸੀਗਾ ਔਰ ਕੁਲੀਨ ਵਰਗ ਜਿਹੜਾ ਹੈਗਾ 2% ਸੀ। ਤਾਂ 1/2 3% ਲੋਕ ਜਿਹੜੇ ਹੈਗੇ ਆ ਉਹ ਪੂਰੇ ਫਰਾਂਸ ਨੂੰ ਉਹਨਾਂ ਦੇ ਉੱਪਰ ਕਬਜ਼ਾ ਕਰੀ ਬੈਠੇ ਸੀਗੇ। ਤਾਂ ਅੱਗੇ ਜਿਹੜਾ ਤੀਜਾ ਵਰਗ ਹੈ, ਤੀਸਰਾ ਜਿਹੜਾ ਵਰਗ ਹੈ ਉਹ ਸਧਾਰਨ ਵਰਗ ਸੀਗਾ। ਤਾਂ ਸਮਾਜ ਦੇ ਇਸ ਵਰਗ ਵਿੱਚ ਕੁੱਲ ਜਨਸੰਖਿਆ ਦੇ 97% ਲੋਕ ਆਉਂਦੇ ਸੀ। ਇਸ ਵਰਗ ਨੂੰ ਅਸਮਾਨਤਾ ਤੇ ਸਮਾਜਿਕ ਤੇ ਆਰਥਿਕ ਤੌਰ ਤੇ ਪਛੜੇਪਨ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸ਼੍ਰੇਣੀ ਦੇ ਵਿੱਚ ਇੱਕ ਰੂਪਤਾ ਨਹੀਂ ਸੀ। ਇਸ ਦੇ ਵਿੱਚ ਜਿਹੜੇ ਥੋੜੇ ਬਹੁਤ ਅਮੀਰ ਵੀ ਵਪਾਰੀ ਸੀ, ਥੋੜੇ ਬਹੁਤ ਅਦਾਲਤੀ ਤੇ ਕਾਨੂੰਨੀ ਲੋਕ ਸੀ, ਅਧਿਕਾਰੀ ਤੇ ਸ਼ਾਹੂਕਾਰ ਵੀ ਕੁਛ ਆਉਂਦੇ ਸੀ। ਤਾਂ ਇਸ ਵਰਗ ਵਿੱਚ ਕਿਸਾਨ ਸੀ, ਕਾਰੀਗਰ ਸੀਗੇ, ਛੋਟੇ ਕਾਸ਼ਤਕਾਰ ਸੀ, ਭੂਮੀ ਰਹਿਤ ਮਜ਼ਦੂਰ ਸੀਗੇ ਤੇ ਨੌਕਰ ਵੀ ਆਉਂਦੇ ਸੀ। ਤਾਂ ਇਹ 97% ਲੋਕ ਜਿਹੜੇ ਸੀਗੇ ਇਹਨਾਂ ਨੂੰ ਹੀ ਕੇਵਲ ਕਰ ਦੇਣਾ ਪੈਂਦਾ ਸੀ। ਤਾਂ ਤੀਸਰਾ ਵਰਗ ਜਾਂ ਸਧਾਰਨ ਵਰਗ ਜਿਹੜਾ ਹੈਗਾ ਇਹਦੇ ਲੋਕ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਸੀ। ਆਰਥਿਕ ਹਾਲਤ ਇਹਨਾਂ ਦੀ ਮੰਦੀ ਸੀਗੀ। ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀ ਦੇ ਉੱਪਰ ਆਧਾਰਿਤ ਸੀਗੀ। ਤਾਂ ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠ ਬੁਰੀ ਤਰ੍ਹਾਂ ਦੇ ਨਾਲ ਦੱਬੇ ਹੋਏ ਸੀ। ਤਾਂ ਫਰਾਂਸ ਦੀ ਅਰਥ ਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਕਿਉਂਕਿ ਆਧਾਰਿਤ ਸੀਗੀ, ਇਸ ਕਰਕੇ ਫਰਾਂਸ ਦੇ ਕਿਸਾਨ ਕਰਾਂ ਦੇ ਭਾਰ ਹੇਠਾਂ ਦੱਬੇ ਹੋਏ ਸੀ। ਤੇ ਕਰ ਦੋ ਤਰ੍ਹਾਂ ਦੇ ਸੀ, ਅਸੀਂ ਪੜ੍ਹਿਆ, ਪ੍ਰਤੱਖ ਕਰ ਤੇ ਅਪ੍ਰਤੱਖ ਕਰ। ਪ੍ਰਤੱਖ ਕਰ ਜਿਹੜਾ ਹੈਗਾ ਇਸ ਦੇ ਵਿੱਚ ਭੂਮੀ ਕਰ, ਆਮਦਨ ਕਰ ਤੇ ਸੰਪਤੀ ਕਰ ਜਿਹੜਾ ਹੈਗਾ ਉਹ ਆਉਂਦਾ ਹੈ। ਤੇ ਦੂਜਾ ਜਿਹੜਾ ਹੈਗਾ ਪ੍ਰਤੱਖ ਕਰ ਦੇ ਵਿੱਚ ਨਮਕ ਦੇ ਉੱਤੇ ਕਰ ਸੀਗਾ, ਲੂਣ ਤੇ ਉੱਪਰ ਕਰ, ਤੇ ਘਰ ਦਾ ਕਰ ਹੋ ਗਿਆ, ਤੇ ਤੰਬਾਕੂ ਦੇ ਉੱਤੇ ਵੀ ਕਰ ਸੀਗਾ। ਤਾਂ ਹੋਰ ਜਿਹੜੀਆਂ ਆਦਿ ਵਸਤਾਂ ਤੇ ਉਹਨਾਂ ਤੇ ਲੱਗਣ ਵਾਲਾ ਕਰ ਜਿਹੜਾ ਹੈਗਾ ਉਹ ਵੀ ਇਸ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਤਾਂ ਮਹੱਤਵਪੂਰਨ ਜਾਣਕਾਰੀ ਇੱਥੇ ਅਸੀਂ ਸਾਂਝੀ ਕੀਤੀ ਕਿ ਕਰ ਕੇਵਲ ਤੀਜੇ ਵਰਗ ਦੇ ਲੋਕਾਂ ਤੇ ਲਗਾਇਆ ਜਾਂਦਾ ਸੀ। ਉਹ ਟਿੱਥੇ ਤੇ ਟਾਈਲੇ ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰਤੱਖ ਤੇ ਅਪ੍ਰਤੱਖ ਕਰ ਦਿੰਦੇ ਸੀ। ਫਰਾਂਸੀਸੀ ਕਹਾਵਤ ਹੈ ਕਿ ਪਾਦਰੀ ਸਾਰਿਆਂ ਲਈ ਪ੍ਰਾਰਥਨਾ ਕਰਦਾ, ਕੁਲੀਨ ਸਾਰਿਆਂ ਲਈ ਲੜਦਾ ਹੈ ਤੇ ਆਮ ਲੋਕ ਸਾਰਿਆਂ ਦੇ ਲਈ ਟੈਕਸ ਦਿੰਦੇ ਆ। ਤਾਂ ਟਿੱਥੇ ਤੇ ਟਾਈਲੇ ਦੀ ਜੇ ਅਸੀਂ ਗੱਲ ਕਰੀਏ, ਅਪ੍ਰਤੱਖ ਕਰ ਦੋ ਪ੍ਰਕਾਰ ਦਾ ਸੀਗਾ। ਤਾਂ ਟਿੱਥੇ ਜਿਹੜਾ ਸੀਗਾ, ਟਿੱਥੇ ਕਰ ਜਿਹੜਾ ਸੀ ਇਹ ਕਰ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ। ਤੇ ਟਾਈਲੇ ਜਿਹੜਾ ਹੈਗਾ ਇਹ ਕਰ ਰਾਜ ਜਿਹੜਾ ਸੀ, ਰਾਜ ਮਤਲਬ ਸਰਕਾਰ ਨੂੰ ਦਿੱਤਾ ਜਾਂਦਾ ਸੀ। ਤਾਂ ਟਿੱਥੇ ਇਹ ਗਿਰਜਾ ਘਰ ਨੂੰ ਦਿੱਤਾ ਜਾਣ ਵਾਲਾ ਕਰ ਸੀਗਾ। ਤੇ ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ 10ਵਾਂ ਹਿੱਸਾ ਕਰ ਦੇ ਰੂਪ ਵਿੱਚ ਜਿਹੜਾ ਹੈਗਾ ਉਹ ਦੇਣਾ ਪੈਂਦਾ ਸੀ। ਰਾਜ ਨੂੰ ਦਿੱਤਾ ਜਾਣ ਵਾਲਾ ਜਿਹੜਾ ਸੀਗਾ ਉਹ ਕਰ ਸੀਗਾ ਜੋ ਆਮ ਲੋਕਾਂ ਤੇ ਲਗਾਇਆ ਜਾਂਦਾ ਸੀ। ਤੇ ਆਮ ਤੌਰ ਤੇ ਰਾਜਾ ਜਿਹੜਾ ਸੀ, ਰਾਜੇ ਦੁਆਰਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ ਤੇ ਲਗਾਇਆ ਜਾਂਦਾ ਸੀ। ਇਹ ਕਰ ਰੋਜ਼ਾਨਾ ਲੋੜਾਂ ਜਿਵੇਂ ਕਿ ਨਮਕ ਤੇ ਤੰਬਾਕੂ ਜਿਹੜਾ ਹੈਗਾ ਉਹਦੇ ਤੇ ਲਗਾਇਆ ਜਾਂਦਾ ਸੀ। ਇਸ ਦੀ ਪ੍ਰਤੀਸ਼ਤ ਜਿਹੜੀ ਹੈਗੀ ਹੈ ਹਰ ਸਾਲ ਰਾਜਾ ਵਧਾਉਂਦਾ ਰਹਿੰਦਾ ਸੀਗਾ। ਤਾਂ ਇਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਟਿੱਥੇ, ਇਹ ਗਿਰਜਾ ਘਰ ਨੂੰ ਦਿੱਤਾ ਜਾਣ ਵਾਲਾ ਕਰ ਸੀਗਾ। ਤੇ ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ 10ਵਾਂ ਹਿੱਸਾ ਕਰ ਦੇ ਰੂਪ ਵਿੱਚ ਦੇਣਾ ਪੈਂਦਾ ਸੀ। ਤੇ ਇਹ ਇੱਕ ਭੂਮੀ ਕਰ ਸੀਗਾ ਜੋ ਕਿ ਪਹਿਲਾਂ ਸਵੈ ਇੱਛਾ ਨਾਲ ਦੇਣਾ ਹੁੰਦਾ ਸੀ, ਪਰ ਬਾਅਦ ਦੇ ਵਿੱਚ ਇਹ ਜਿਹੜਾ ਹੈਗਾ ਕਰ ਲਾਜ਼ਮੀ ਹੋ ਗਿਆ। ਤਾਂ ਪਿਆਰੇ ਬੱਚਿਓ, ਅਸੀਂ ਅੱਜ ਜਿਹੜਾ ਹੈਗਾ ਇਹ ਅਪ੍ਰਤੱਖ ਕਰ ਤੇ ਪ੍ਰਤੱਖ ਕਰ ਦੀ ਗੱਲ ਕਰ ਲਈ ਹੈ। ਤੇ ਅੱਜ ਫਰਾਂਸੀਸੀ ਕ੍ਰਾਂਤੀ ਜਿਹੜੀ ਹੈਗੀ ਉਹਦੇ ਵੱਖ-ਵੱਖ ਜਿਹੜੇ ਹੈਗੇ ਆ ਪੜਾਵਾਂ ਬਾਰੇ ਗੱਲ ਕੀਤੀ ਹੈ। ਟਿੱਥੇ ਤੇ ਟਾਈਲੇ ਦੀ ਗੱਲ ਕੀਤੀ ਹੈ। ਅਸੀਂ ਜਿਹੜੇ 3 ਵਰਗ ਸੀਗੇ ਜਿਹਦੇ ਵਿੱਚ ਪਾਦਰੀ ਵਰਗ ਆ ਗਿਆ, ਕੁਲੀਨ ਵਰਗ ਆ ਗਿਆ ਤੇ ਸਧਾਰਨ ਵਰਗ ਜਿਹੜਾ ਹੈਗਾ ਉਹਦੀ ਗੱਲ ਕੀਤੀ ਹੈ। ਤਾਂ ਇਹ ਸੀ ਸਾਡਾ ਅੱਜ ਦਾ ਜਿਹੜਾ ਪਾਠ ਹੈ। ਤਾਂ ਅਸੀਂ ਧੰਨਵਾਦੀ ਹਾਂ ਫਿਰ ਇੱਕ ਵਾਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਸੰਗਰੂਰ ਦੇ, ਜਿਨ੍ਹਾਂ ਨੇ ਕਿ ਸਾਡੇ ਲਈ ਇਹ ਪਾਠ ਜਿਹੜਾ ਹੈਗਾ ਉਹ ਤਿਆਰ ਕਰਕੇ ਭੇਜਿਆ। ਧੰਨਵਾਦ।